ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਤਮਸਤਕ ਹੋ ਕੇ ਕੀਮਤੀ ਭੇਟਾਵਾਂ ਰੱਖ ਕੇ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ ਹਨ। ਇੱਕ ਬ੍ਰਾਹਮਣ ਜਿਹੜਾ ਵੇਦਾਂ ਸ਼ਾਸਤਰਾਂ ਦਾ ਗਿਆਤਾ ਸੀ, ਉਹ ਚੱਲ ਕੇ ਗੁਰੂ ਸਾਹਿਬ ਜੀ ਦੇ ਪਾਸ ਆਇਆ, ਦਰਸ਼ਨ ਕੀਤੇ ਨੇ। ਮਨ ਦੇ ਵਿੱਚ ਖਿਆਲ ਸੀ ਕਿ ਮੈਂ ਵੇਦਾਂ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਨੂੰ ਵੀ ਇੱਥੇ ਕੁਝ ਸੁਣਾਉਣ ਦਾ ਮੌਕਾ ਦੇਣ, ਜਿਹਦੇ ਨਾਲ ਮੈਨੂੰ ਕੁਝ ਭੇਟਾ ਮਿਲ ਜਾਵੇ। ਸਤਿਗੁਰੂ ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਦੇ ਅੰਦਰ ਦੀ ਜਾਣੀ। ਕੁਝ ਸਮਾਂ ਸਤਿਗੁਰਾਂ ਦੇ ਪਾਸ ਰਿਹਾ ਤੇ ਫਿਰ ਮਹਾਰਾਜ ਜੀ ਨੇ ਆਪ ਹੀ ਇਹਨੂੰ ਬੁਲਾ ਕੇ ਇਹ ਬਚਨ ਕਿਹਾ ਕਿ ਤੁਸੀਂ ਵੇਦਾਂ ਦਾ, ਗ੍ਰੰਥਾਂ ਦਾ ਅਧਿਐਨ ਕੀਤਾ ਹੈ, ਜੇ ਕੁਝ ਸੁਣਾਉਣਾ ਚਾਹੁੰਦੇ ਹੋ ਤੇ ਤੁਸੀਂ ਸਮਾਂ ਕੱਢ ਕੇ ਜ਼ਰੂਰ ਕੁਝ ਸੁਣਾਇਆ ਕਰੋ। ਸਤਿਗੁਰਾਂ ਦਾ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ ਤੇ ਮਹਾਰਾਜ ਜੀ ਦੇ ਪਾਸ ਜਿਹੜੇ ਦੇ ਕੋਲ ਗ੍ਰੰਥ ਸਨ ਉਹ ਲੈ ਕੇ ਉਹਨਾਂ ਦੀ ਕਥਾ ਸੁਣਾਉਣ ਲੱਗਾ। ਜਦੋਂ ਜਿਹੜੇ ਗ੍ਰੰਥ ਕੋਲ ਸੀ ਉਹ ਪੂਰੇ ਹੋ ਗਏ, ਉਸ ਤੋਂ ਬਾਅਦ ਇਹਨੇ ਗੁਰੂ ਸਾਹਿਬ ਤੋਂ ਆਗਿਆ ਮੰਗੀ। ਕਹਿਣ ਲੱਗਾ, ਮਹਾਰਾਜ ਮੈਨੂੰ ਆਗਿਆ ਦਿਓ, ਜਿਹੜੇ ਗ੍ਰੰਥਾਂ ਦੀ ਮੈਂ ਕਥਾ ਸੁਣਾਉਂਦਾ ਸੀ ਉਹ ਤਾਂ ਹੁਣ ਹੋ ਗਏ ਨੇ ਪੂਰੇ, ਤੇ ਜੇ ਤੁਸੀਂ ਆਗਿਆ ਦਿਓ ਜਿਹੜੇ ਘਰ ਵਿੱਚ ਗ੍ਰੰਥ ਨੇ ਉਹ ਮੈਂ ਮੰਗਵਾ ਲਾਂ। ਤੇ ਗੁਰੂ ਸਾਹਿਬ ਨੇ ਆਗਿਆ ਦਿੱਤੀ ਹੈ। ਇਹਨੇ ਆਪਣੇ ਪੁੱਤਰ ਨੂੰ ਬੁਲਾ ਕੇ ਗੁਰੂ ਸਾਹਿਬ ਨੂੰ ਕਿਹਾ ਕਿ ਇਹਨੂੰ ਕੁਝ ਖਰਚਾ ਵੀ ਦੇਵੋ ਰਸਤੇ ਦਾ, ਉਹ ਵੀ ਮਹਾਰਾਜ ਜੀ ਪਾਸੋਂ ਲੈ ਲਿਆ। ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਆਗਿਆ ਲਈ, ਪਰ ਜਾਣ ਤੋਂ ਪਹਿਲਾਂ ਇਸ ਬ੍ਰਾਹਮਣ ਨੇ ਗਣੇਸ਼ ਦੀ ਪੂਜਾ ਕੀਤੀ ਹੈ। ਆਪਣੇ 5 ਅੰਗ ਲਾ ਕੇ ਧਰਤੀ 'ਤੇ ਨਮਸਕਾਰਾਂ ਕੀਤੀਆਂ, ਮਹੂਰਤ ਸੋਧਿਆ। ਇਸ ਦਾ ਜਿਹੜਾ ਪੁੱਤਰ ਸੀ ਉਹ ਆਪਣੇ ਘਰ ਨੂੰ ਤੁਰਿਆ, ਪਰ ਰਸਤੇ ਦੇ ਵਿੱਚ ਜਦੋਂ ਖੋਤਾ ਹਿਣਕਿਆ, ਇੱਕ ਪਾਸੇ ਕੁੱਤਾ ਭੌਂਕਿਆ, ਇਹਨੇ ਕੂਕਰ ਨੂੰ ਰੋਂਦਿਆਂ ਦੇਖਿਆ, ਖੋਤੇ ਨੂੰ ਹਿਣਕਦਾ ਦੇਖਿਆ। ਅਵ ਸ਼ਗਨ ਮੰਨ ਕੇ ਤੇ ਆਪਣੀ ਜਿਹੜੀ ਯਾਤਰਾ ਸੀ ਉਹ ਰੋਕ ਦਿੱਤੀ, ਵਾਪਸ ਆਪਣੇ ਪਿਤਾ ਦੇ ਕੋਲ ਆ ਗਿਆ। ਆ ਕੇ ਸਾਰੀ ਗੱਲ ਬਾਤ ਦੱਸੀ ਬ੍ਰਾਹਮਣ ਨੂੰ, ਤੇ ਸਤਿਗੁਰੂ ਜੀ ਨੇ ਵਾਪਸ ਆਉਣ ਦਾ ਕਾਰਨ ਪੁੱਛਿਆ ਹੈ। ਤੇ ਉਸ ਵੇਲੇ ਕਹਿਣ ਲੱਗਾ, ਮਹਾਰਾਜ ਬੜਾ ਵੱਡਾ ਅਵਸ਼ਗਨ ਹੋਇਆ, ਰਸਤੇ ਵਿੱਚ ਖੋਤਾ ਹਿਣਕਿਆ, ਇਹ ਅਵਸ਼ਗਨ ਹੋਣ ਕਰਕੇ ਮੇਰਾ ਪੁੱਤਰ ਜਿਹੜਾ ਸੀ ਉਹ ਯਾਤਰਾ ਨਹੀਂ ਜਾ ਸਕਿਆ। ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਗੁਰਦੇਵ ਕਹਿਣ ਲੱਗੇ, ਗਣੇਸ਼ ਦੀ ਪੂਜਾ ਕੀਤੀ, ਮਹੂਰਤ ਨੂੰ ਸੋਧਿਆ, ਸਾਹੇ ਸੋਧੇ, ਦੇਵਤਿਆਂ ਦੀ ਪੂਜਾ ਕਰਕੇ ਆਪਣਾ ਪੁੱਤਰ ਤੋਰਿਆ, ਰਸਤੇ ਵਿੱਚ ਖੋਤਾ ਹਿਣਕਿਆ ਤੇ ਤੇਰਾ ਪੁੱਤਰ ਅਵਸ਼ਗਨ ਮੰਨ ਕੇ ਵਾਪਸ ਆ ਗਿਆ। ਗੁਰਦੇਵ ਕਹਿੰਦੇ, ਫਿਰ ਪੂਜਾ ਕਰਨ ਦਾ ਤੁਹਾਡਾ ਕੀ ਲਾਭ ਹੋਇਆ? ਇਹਦੇ ਮਨ ਵਿੱਚ ਸ਼ੰਕਾ ਆਇਆ ਸੀ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਭਾਈ ਸ਼ਾਲੋ ਜੀ ਮਹਾਰਾਜ ਦੇ ਚਰਨਾਂ 'ਚ ਆਏ ਤੇ ਭਾਈ ਸ਼ਾਲੋ ਜੀ ਨੂੰ ਸਤਿਗੁਰਾਂ ਨੇ ਕਿਹਾ, ਆ ਅਨਿੰਨ ਭਗਤ। ਇਹ ਸੁਣ ਕੇ ਪੰਡਤ ਦੇ ਮਨ ਵਿੱਚ ਇਹ ਸ਼ੰਕਾ ਸੀ ਕੁਝ ਦਿਨਾਂ ਦਾ ਕਿ ਮੈਂ ਕਥਾ ਸੁਣਾਉਣਾ, ਮੈਨੂੰ ਤਾਂ ਗੁਰੂ ਸਾਹਿਬ ਅਨਿੰਨ ਭਗਤ ਨਹੀਂ ਕਹਿੰਦੇ, ਪਰ ਇਹ ਇੱਕ ਸਿੱਖ ਆਇਆ ਇਹਨੂੰ ਅਨੰਨ ਭਗਤ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ੰਕਾ ਦੂਰ ਕਰਨ ਵਾਸਤੇ ਕਿ ਅਨਿੰਨ ਭਗਤ ਕੌਣ ਹੁੰਦੇ ਨੇ, ਇਹ ਮਹਾਰਾਜ ਜੀ ਨੇ ਸ਼ੰਕਾ ਦੂਰ ਕਰਨ ਵਾਸਤੇ ਗੁਰਦੇਵ ਨੇ ਜਿਸ ਤਰ੍ਹਾਂ ਉਪਦੇਸ਼ ਦਿੱਤਾ ਉਹ ਵਿਚਾਰ ਅੱਗੇ ਆ ਰਹੀ ਹੈ ਕਿ ਅਨਿੰਨ ਭਗਤ ਜਿਹੜੇ ਨੇ ਭਾਈ ਸ਼ਾਲੋ ਜੀ ਵਰਗੇ, ਭਾਵੇਂ ਭਾਈ ਸ਼ਾਲੋ ਜੀ ਦਾ ਜਨਮ ਮਾਲਵੇ ਦੇ ਇਲਾਕੇ ਦਾ ਹੈ, ਆਪ ਜੀ ਪਹਿਲਾਂ ਇਹਨਾਂ ਦੇ ਵੱਡ ਵਡੇਰੇ ਸਖੀ ਸਰਵਰ ਦੇ ਪੁਜਾਰੀ ਸਨ, ਪਰ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆਉਣ ਕਰਕੇ ਇਹਨਾਂ ਨੇ ਸਿੱਖੀ ਧਾਰਨ ਕੀਤੀ
ਭਾਈ ਸ਼ਾਲੋ ਜੀ ਨੇ। ਬੜਾ ਉੱਚਾ ਸੋਚਾ ਭਾਈ ਸ਼ਾਲੋ ਜੀ ਦਾ ਜੀਵਨ ਸੀ। ਸਾਧ ਸੰਗਤ, ਨੇੜੇ ਹੀ ਗੁਰੂ ਕੇ ਮਹਿਲਾਂ ਦੇ ਭਾਈ ਸ਼ਾਲੋ ਜੀ ਦਾ ਟੋਭਾ ਸਥਾਨ ਹੈ, ਜਿਸ ਇਮਾਰਤ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਸੀ। ਭਾਈ ਸ਼ਾਲੋ ਜੀ ਗੁਰੂ ਕੇ ਅਨੇਨ ਸੇਵਕ ਸਿੱਖ ਜਦੋਂ ਸੰਗਤਾਂ ਲਾਹੌਰ ਤੋਂ ਅੰਮ੍ਰਿਤਸਰ ਨੂੰ ਦਰਸ਼ਨ ਕਰਨ ਆਉਂਦੀਆਂ ਸੀ, ਰਸਤੇ ਵਿੱਚ ਆਪ ਜੀ ਦੀ ਧਰਮਸ਼ਾਲਾ ਸੀ। ਆਪ ਜੀ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਕਰਦੇ, ਸੰਗਤਾਂ ਧਰਮਸ਼ਾਲੇ ਵਿੱਚ ਰੁਕਦੀਆਂ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਰਾਤ ਨੂੰ ਆਰਾਮ ਕਰਨ ਵਾਸਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ। ਗੁਰੂ ਅਰਜਨ ਦੇਵ ਸਾਹਿਬ ਜੀ ਆਪ ਚੱਲ ਕੇ ਭਾਈ ਸ਼ਾਲੋ ਜੀ ਦੀ ਧਰਮਸ਼ਾਲਾ ਵਿੱਚ ਗਏ, ਖੁਸ਼ ਹੋ ਕੇ ਬਖਸ਼ਿਸ਼ਾਂ ਦਿੱਤੀਆਂ। ਜਦੋਂ ਸ਼੍ਰੀ ਹਰਿਮੰਦਰ ਸਾਹਿਬ ਸਰੋਵਰ ਪੱਕਾ ਕਰਾਉਣ ਦੀ ਸੇਵਾ ਚੱਲ ਰਹੀ ਸੀ, ਸਾਧ ਸੰਗਤ ਮੀਂਹ ਦੀ ਝੜੀ ਲੱਗਣ ਕਰਕੇ ਬਾਲਣ ਦੀ ਕਮੀ ਸੀ, ਇੱਟਾਂ ਨਹੀਂ ਸੀ ਪੱਕ ਰਹੀਆਂ। ਉਸ ਵੇਲੇ ਭਾਈ ਸ਼ਾਲੋ ਜੀ ਨੇ ਆ ਨੇੜੇ ਜਿਹੜੇ ਵੜੈਂਚ ਨਗਰ, ਹੋਰ ਅੰਮ੍ਰਿਤਸਰ ਦੇ ਨੇੜੇ ਜਿੰਨੇ ਨਗਰ ਨੇ, ਉੱਥੇ ਜਾ ਕੇ ਇਹ ਆਵਾਜ਼ ਦਿੱਤੀ, ਪਾਥੀਆਂ ਦਓ ਤੇ ਪੁੱਤਰ ਲਓ। ਇੱਕ ਪਾਥੀ ਇੱਕ ਪੁੱਤਰ, 10 ਪਾਥੀਆਂ 10 ਪੁੱਤਰ। ਲੋਕਾਂ ਨੇ ਖੁਸ਼ ਹੋ ਕੇ ਭਾਈ ਸ਼ਾਲੋ ਜੀ ਦੀ ਆਵਾਜ਼ ਸੁਣ ਕੇ ਪਾਥੀਆਂ ਦਿੱਤੀਆਂ, ਢੇਰ ਲਾ ਦਿੱਤੇ। ਜਦੋਂ ਵਾਪਸ ਆਏ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਤਾ ਲੱਗਾ ਤੇ ਮਹਾਰਾਜ ਜੀ ਨੇ ਭਾਈ ਸ਼ਾਲੋ ਨੂੰ ਕੋਲ ਬੁਲਾਇਆ। ਸਤਿਗੁਰੂ ਕਹਿੰਦੇ, ਭਾਈ ਸ਼ਾਲੋ, ਸੌਦਾ ਇੰਨਾ ਸਸਤਾ ਕਰਿਆ ਹੈ, ਪਾਥੀਆਂ ਦੇ ਬਦਲੇ ਪੁੱਤਰ ਦੇ ਆਇਆ ਹੈ। ਤੇ ਭਾਈ ਸ਼ਾਲੋ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ, ਮੈਂ ਜਿਹੜਾ ਆਪਣਾ ਕੰਮ ਸੀ ਉਹ ਤਾਂ ਪੂਰਾ ਕਰ ਦਿੱਤਾ। ਹੁਣ ਕਿਰਪਾ ਕਰੋ, ਤੁਹਾਡੇ ਚਰਨਾਂ ਦਾ ਓਟ ਆਸਰਾ ਲੈ ਕੇ ਮੈਂ ਆਵਾਜ਼ ਦਿੱਤੀ, ਬਾਲਣ ਦੀ ਲੋੜ ਸੀ, ਇਹ ਆਵਾਜ਼ ਦੇ ਕੇ ਮੈਂ ਬਾਲਣ ਲਿਆਇਆ। ਹੁਣ ਕਿਰਪਾ ਕਰ ਦਾਤਾ, ਆਪਣਾ ਕਰਮ, ਆਪਣਾ ਕੰਮ, ਆਪਣਾ ਬਿਰਧ ਹੁਣ ਤੁਸੀਂ ਸੰਭਾਲੋ। ਤੇ ਹੁਣ ਕਿਰਪਾ ਕਰਕੇ ਪੁੱਤਰਾਂ ਦੀ ਦਾਤਾਂ ਤੇ ਤੁਸੀਂ ਦੇਣੀਆਂ ਨੇ ਨਾ। ਗੁਰੂ ਅਰਜਨ ਦੇਵ ਸਾਹਿਬ ਪ੍ਰਸੰਨ ਹੋ ਕੇ ਮਹਾਰਾਜ ਨੇ ਬਚਨ ਕਿਹਾ, ਜਿਹੜਾ ਵੀ ਭਾਈ ਸ਼ਾਲੋ ਤੇਰੇ ਅਸਥਾਨ ਤੇ ਪਾਥੀਆਂ ਲਿਆਵੇ, ਤੂੰ ਪੁੱਤਰਾਂ ਦਾ ਦਾਨੀ ਬਣਿਆ, ਇੱਥੋਂ ਪੁੱਤਰ ਦੀ ਦਾਤ ਲੈ ਕੇ ਜਾਵੇਗਾ। ਇਹ ਵੀ ਬਚਨ ਕਹੇ ਕਿ ਜਿਹੜਾ ਇੱਥੇ ਟੋਭੇ ਵਿੱਚ ਆ ਕੇ ਇਸ਼ਨਾਨ ਕਰੇਗਾ ਉਹ ਅਰੋਗੀ ਹੋਵੇਗਾ, ਉਹਦੇ ਗ੍ਰਹਿ ਦੇ ਵਿੱਚ ਘਰ ਪੁੱਤਰ ਦੀ ਦਾਤ ਹੋਵੇਗੀ। ਜੇ ਕਿਸੇ ਬੱਚੇ ਨੂੰ ਸੋਕਾ ਪਿਆ ਹੋਵੇ ਤੇ ਉਹਦਾ ਸਰੀਰ ਟੋਭੇ ਵਿੱਚ ਇਸ਼ਨਾਨ ਕਰਕੇ ਨਵਾਂ ਨਿਰਵਾ ਹੋਵੇਗਾ। ਸਾਧ ਸੰਗਤ, ਇਸੇ ਤਰ੍ਹਾਂ ਹੁੰਦਾ ਆ। ਅੱਜ ਵੀ ਗੁਰੂ ਕੇ ਮਹਿਲਾਂ ਦੇ ਨੇੜੇ ਅਸਥਾਨ ਹੈ ਟੋਭਾ ਭਾਈ ਸ਼ਾਲੋ ਜੀ, ਜਿੱਥੇ ਬੇਅੰਤ ਸੰਗਤਾਂ ਦੂਰ ਦੁਰਾੜਿਓਂ ਚੱਲ ਕੇ ਆਉਂਦੀਆਂ ਨੇ, ਭਾਈ ਸ਼ਾਲੋ ਜੀ ਦੇ ਟੋਭੇ 'ਚ ਇਸ਼ਨਾਨ ਕਰਦੀਆਂ ਨੇ ਅਤੇ ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ ਹਨ। ਭਾਈ ਸ਼ਾਲੋ ਜੀ ਨੇ ਇੱਥੇ 52 ਕਿੱਤਿਆਂ ਵਾਲੇ ਵਪਾਰੀ ਲਿਆ ਕੇ ਬਿਠਾਏ ਤੇ ਇੱਥੇ ਗੁਰੂ ਸਾਹਿਬ ਜੀ ਨੇ ਭਾਈ ਸ਼ਾਲੋ ਜੀ ਨੂੰ ਸਾਰੇ ਅੰਮ੍ਰਿਤਸਰ ਦਾ ਜਿਹੜਾ ਵਪਾਰ ਸੀ, ਸੋ ਜਿਹੜਾ ਅੰਮ੍ਰਿਤਸਰ ਦਾ ਇਲਾਕਾ ਸੀ, ਇੱਥੋਂ ਦੇ ਚੌਧਰੀ ਬਣਾਇਆ। ਇਉਂ ਭਾਈ ਸ਼ਾਲੋ ਜੀ ਦੀਆਂ ਬੇਅੰਤੀ ਸੇਵਾਵਾਂ ਹਨ। ਸ਼੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਆਪ ਇਹਨਾਂ ਨੇ ਝਾੜੂ ਦੇਣਾ, ਹੱਥੀਂ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਲਈਆਂ। ਇਹ ਹਨ ਅਨੇਨ ਸੇਵਕ ਸਿੱਖ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਏ ਭਾਈ ਸ਼ਾਲੋ ਜੀ, ਮਹਾਰਾਜ ਨੇ ਕਿਹਾ, ਆ ਅਨੇਨ ਭਗਤ। ਇਸ ਗੱਲ ਦਾ ਸ਼ੰਕਾ ਸੀ ਪੰਡਤ ਦੇ ਮਨ ਦੇ ਵਿੱਚ ਕਿ ਮੈਂ ਇੰਨੇ ਚਿਰ ਤੋਂ ਇੱਥੇ ਕਥਾ ਸੁਣਾ ਰਿਹਾ, ਮੈਨੂੰ ਅਨੇਨ ਭਗਤ ਨਹੀਂ ਕਹਿੰਦੇ। ਮਹਾਰਾਜ ਨੇ ਸ਼ੰਕਾ ਦੂਰ ਕਰਨ ਲਈ ਆਪ ਹੀ ਕੌਤਕ ਵਰਤਾ ਦਿੱਤਾ। ਇਹਦਾ ਪੁੱਤਰ ਤੁਰਿਆ, ਖੋਤਾ ਹਿਣਕਣ ਦੀ ਆਵਾਜ਼ ਸੁਣ ਕੇ ਵਾਪਸ ਆ ਗਿਆ। ਤੇ ਹੁਣ ਮਹਾਰਾਜ ਨੇ ਦੱਸਣਾ ਅਨੇਨ ਸੇਵਕ ਕੌਣ ਹੁੰਦੇ, ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਟੇਕ ਲੈਂਦੇ ਨੇ, ਜਿਹੜੇ ਸ਼ਗਨ ਅਪਸ਼ਗਨ ਉਹਨੂੰ ਨਹੀਂ ਮੰਨਦੇ, ਵਹਿਮਾਂ ਭਰਮਾਂ ਤੋਂ ਦੂਰ ਰਹਿੰਦੇ ਹਨ, ਉਹ ਅਨੇਨ ਭਗਤ ਹਨ। ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਣਪਤ ਆਦਿ ਪੰਚਾਂਗ ਮਨਾਈ। ਸਤਿਗੁਰੂ ਜੀ ਕਹਿਣ ਲੱਗੇ ਪੰਡਤ ਨੂੰ ਕਿ ਤੂੰ ਗਣੇਸ਼ ਦੀ ਪੂਜਾ ਕੀਤੀ, ਫਿਰ ਆਪਣੇ 5 ਅੰਗ ਲਾ ਕੇ
ਇਹਨੂੰ ਨਮਸਕਾਰਾਂ ਕੀਤੀਆਂ ਨੇ, ਤਿਨ ਪਰ ਨਿਹਚਾ ਨਹੀਂ ਟਿਕਾਈ। ਪਰ ਤੈਨੂੰ ਆਪਣੀ ਪੂਜਾ ਦੇ ਉੱਤੇ ਭਰੋਸਾ ਨਹੀਂ ਸੀ, ਤੇਰੇ ਮਨ ਵਿੱਚ ਸ਼ੰਕਾ ਰਿਹਾ ਹੈ। ਸਿੱਖ ਅਨੰਨ ਭਗਤ ਹੈ ਮੇਰੀ। ਹੁਣ ਸੁਣ, ਜਿਹੜੇ ਸਾਡੇ ਸਿੱਖ ਨੇ ਨਾ, ਉਹ ਅਨੰਨ ਭਗਤ ਹਨ। ਜੇ ਨਾ ਪ੍ਰਤੀਤ ਲਿਹੋ ਅਬਹਿਰੀ। ਜੇ ਤੈਨੂੰ ਭਰੋਸਾ ਨਹੀਂ ਆਉਂਦਾ ਤੇ ਤੈਨੂੰ ਉਹ ਪਰਖ ਕਰਕੇ ਉਹਨਾਂ ਦੀ ਦੱਸ ਦਿੰਦੇ ਆ ਕਿ ਕਿਸ ਤਰ੍ਹਾਂ ਉਹ ਅਨੰਨ ਭਗਤ ਹਨ, ਕਿਸ ਤਰ੍ਹਾਂ ਸਾਡੇ ਸੇਵਕ ਇੱਕ ਅਕਾਲ ਪੁਰਖ ਤੇ ਭਰੋਸਾ ਰੱਖਦੇ ਹਨ। ਪੈੜੇ ਕੋ ਬੁਲਾਏ ਕਰ ਭਣਿਓ। ਸਤਿਗੁਰੂ ਜੀ ਨੇ ਭਾਈ ਪੈੜਾ ਜੀ ਨੂੰ ਬੁਲਾਇਆ। ਸਾਧ ਸੰਗਤ, ਭਾਈ ਪੈੜਾ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਸਿੱਖ ਵੀ ਹੋਏ ਨੇ, ਜਿਨ੍ਹਾਂ ਪਾਸੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਨਮ ਸਾਖੀ ਲਿਖਵਾਈ, ਭਾਈ ਬਾਲੇ ਵਾਲੀ। ਜੇਕਰ ਆਪਾਂ ਪਿੱਛੇ ਇਤਿਹਾਸ ਵਿੱਚ ਪੜ੍ਹ ਕੇ ਆਏ ਹਾਂ, ਪੈੜੇ ਲਿਖੀ ਸੁਧਾਰ, ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਭਾਈ ਪੈੜਾ ਜੀ ਨੇ ਸੁਧਾਰ ਕੇ ਲਿਖੀ। ਇੱਕ ਉਹ ਭਾਈ ਪੈੜਾ ਜੀ ਹੋਏ। ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਵੇਲੇ ਭਾਈ ਪੈੜਾ ਜੀ ਹੋਏ, ਜਿਨ੍ਹਾਂ ਨੇ ਸ਼੍ਰੀ ਲੰਕਾ ਜਾ ਕੇ ਸੰਗਲਾਦੀਪ ਦੇ ਰਾਜੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਗ੍ਰੰਥ ਸੀ ਪ੍ਰਾਣ ਸੰਗਲੀ, ਉਹ ਗ੍ਰੰਥ ਲੈ ਕੇ ਆਂਦਾ ਸੀ। ਇਹ ਭਾਈ ਪੈੜਾ ਜੀ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਬੁਲਾਇਆ ਏ। ਦੇਸ ਸੰਗਲਾ ਦੀਪ ਜੇ ਸੁਣਿਓ। ਸੋ ਉਸ ਵੇਲੇ ਜਿਹੜਾ ਸੰਗਲਾਦੀਪ ਦੇਸ਼ ਸੁਣਿਆ ਸੀ, ਇਹ ਸੰਗਲਾਦੀਪ ਇਲਾਕਾ ਸਾਧ ਸੰਗਤ ਸ਼੍ਰੀ ਲੰਕਾ ਦਾ ਇਲਾਕਾ ਹੈ। ਜਿਹੜਾ ਸੰਗਲਾਦੀਪ ਦਾ ਇਲਾਕਾ ਸੀ, ਪ੍ਰਾਣ ਸੰਗਲੀ ਪੋਥੀ ਤਹਾਂ। ਤੇ ਪ੍ਰਾਣ ਸੰਗਲੀ ਜਿਹੜਾ ਗ੍ਰੰਥ ਸੀ, ਪੋਥੀ ਸੀ, ਉਹ ਉੱਥੇ ਸੀ। ਲੈ ਆਵੋ ਗਮਨੋ ਮਗ ਮਹਾ। ਉਸ ਵੇਲੇ ਸਤਿਗੁਰੂ ਜੀ ਨੇ ਭਾਈ ਪੈੜੇ ਨੂੰ ਸੁਨੇਹਾ ਦਿੱਤਾ ਹੈ ਕਿ ਜਾਓ ਸੰਗਲਾਦੀਪ, ਤੇ ਸੰਗਲਾਦੀਪ ਤੋਂ ਪ੍ਰਾਣ ਸੰਗਲੀ ਜਿਹੜਾ ਗ੍ਰੰਥ ਹੈ ਉਹ ਲੈ ਕੇ ਆਵੋ। ਸ੍ਰੀ ਨਾਨਕ ਸਤਿਗੁਰ ਤਹ ਗਏ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਸੇ ਸਮੇਂ ਸੰਗਲਾਦੀਪ ਗਏ ਸਨ। ਗੁਰਮਤਨ ਮਹਾ ਦ੍ਰਿੜਾਵਤ ਭਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੰਗਲਾਦੀਪ ਦੇ ਇਲਾਕੇ ਵਿੱਚ ਗੁਰਮਤ ਦ੍ਰਿੜ ਕਰਵਾਈ ਸੀ ਰਾਜੇ ਸ਼ਿਵਨਾਵ ਨੂੰ। ਭਾਈ ਮਨਸੁਖ ਸ਼ਾਹੂਕਾਰ ਇਹ ਵਪਾਰੀ ਸਨ ਤੇ ਵਪਾਰ ਕਰਨ ਵਾਸਤੇ ਸੰਗਲਾਦੀਪ ਗਏ ਸੀ। ਤੇ ਉਥੋਂ ਦਾ ਰਾਜਾ ਜਿਹੜਾ ਸ਼ਿਵਨਾਵ ਸੀ, ਤੇ ਰਾਜੇ ਸ਼ਿਵਨਾਵ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਜਸ ਸੁਣਾਇਆ, ਤੇ ਰਾਜਾ ਸ਼ਿਵਨਾਵ ਬੜਾ ਪ੍ਰਸੰਨ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਪਾਸ਼ਕ ਬਣਿਆ। ਲੰਮਾ ਸਮਾਂ ਸਤਿਗੁਰਾਂ ਦੀ ਉਡੀਕ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਸੰਗਲਾਦੀਪ ਗਏ। ਰਾਜੇ ਦੇ ਬਾਗ ਦੇ ਵਿੱਚ ਵਿਰਾਜੇ, ਉਹ ਬਾਗ ਹਰਾ ਹੋਇਆ। ਫਿਰ ਰਾਜੇ ਨੇ ਆਪਣੇ ਮਹਿਲਾਂ ਦੇ ਵਿੱਚ ਸਤਿਗੁਰਾਂ ਨੂੰ ਖੜਿਆ ਤੇ ਕੁਝ ਸਮਾਂ ਸਤਿਗੁਰੂ ਜੀ ਨੇ ਉੱਥੇ ਰਹਿ ਕੇ ਬਤੀਤ ਕੀਤਾ, ਗੁਰਮਤ ਦ੍ਰਿੜ ਕਰਵਾਈ। ਰਾਜੇ ਸ਼ਿਵਨਾਵ ਨੇ ਆਪਣੇ ਸਾਰੇ ਇਲਾਕੇ ਦੀ ਪ੍ਰਜਾ ਸਮੇਤ ਸਤਿਗੁਰਾਂ ਤੋਂ ਚਰਨ ਪੌਲ ਜਿਹੜੀ ਸੀ ਉਹ ਲਈ ਹੈ। ਨਿਰਪਤ ਸ਼ਹਿਤ ਨਰ ਦੇਸ਼ ਤਿਸੀ ਕੋ। ਰਾਜੇ ਦੇ ਸਮੇਤ ਉਹ ਸਾਰਾ ਜਿਹੜਾ ਦੇਸ਼ ਸੀ, ਸਿੱਖੀ ਧਾਰਨ ਕੀਨ ਸਨੀਕੇ। ਉਹਨਾਂ ਨੇ ਸਿੱਖੀ ਨੂੰ ਧਾਰਨ ਕੀਤਾ ਸੀ। ਸ੍ਰੀ ਨਾਨਕ ਕੀ ਕਿਰਪਾ ਵਿਸਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਹੁਤੀ ਕਿਰਪਾ ਸੀ ਸਾਰੇ ਇਲਾਕੇ ਤੇ। ਸਤਨਾਮ ਦੇ ਕਰੇ ਨਿਹਾਲਾ। ਸਤਿਗੁਰੂ ਜੀ ਨੇ ਗੁਰਮੰਤਰ ਦੇ ਕੇ ਸਾਰੇ ਹੀ ਇਲਾਕੇ ਨੂੰ ਨਿਹਾਲ ਕੀਤਾ ਹੈ। ਜਿਮ ਤਹ ਗਏ ਕਰੀ ਜਿਮ ਲੀਲਾ। ਤੇ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਲੀਲਾ ਕੀਤੀ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਮ ਉਪਦੇਸ਼ਿਓ ਨਿਰਪਤ ਸੁਸ਼ੀਲਾ। ਜਿਹੜਾ ਸੁਸ਼ੀਲ ਸ਼ੀਲ ਸੁਭਾਅ ਵਾਲਾ, ਠੰਡੇ ਸੁਭਾਅ ਵਾਲਾ ਰਾਜਾ ਸ਼ਿਵਨਾਵ ਸੀ, ਉਹਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ। ਤਹਾਂ ਪ੍ਰਸੰਗ ਸਗਲ ਇਹ ਜਾਨੋ। ਉੱਥੇ ਸਾਰਾ ਪ੍ਰਸੰਗ ਇਸ ਤਰ੍ਹਾਂ ਹੋਇਆ ਸੀ। ਪ੍ਰਾਣ ਸੰਗਲੀ ਰਚਨ ਮਹਾਨੋ। ਇੱਕ ਪ੍ਰਾਣ ਸੰਗਲੀ ਜਿਹੜਾ ਗ੍ਰੰਥ ਸੀ, ਉਹਦੀ ਰਚਨਾ ਕੀਤੀ ਸੀ। ਹਮਰੋ ਸਿੱਖ ਆਵੈ ਤਿਸ ਦੀਜਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ, ਸਾਡਾ ਇੱਕ ਸਿੱਖ ਆਵੇਗਾ, ਉਹਨੂੰ ਇਹ ਗ੍ਰੰਥ ਤੁਸੀਂ ਸੌਂਪ ਦਿਓ। ਤਬ ਲਗ ਇਹਾਂ ਰਾਖਬੋ ਕੀਜਾ। ਉਹਨੇ ਸਮੇਂ ਤੱਕ ਇਹ ਪ੍ਰਾਣ ਸੰਗਲੀ ਜਿਹੜਾ ਗ੍ਰੰਥ ਹੈ, ਇਹਨੂੰ ਆਪਣੇ ਕੋਲ ਰੱਖੋ। ਸਿਮਰ ਬਾਤ ਇਹ ਅਰਜਨ ਨਾਥਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੱਲ ਯਾਦ ਕੀਤੀ ਹੈ। ਪੈੜੇ ਕੋ ਕਹੈ ਦਈ ਸੋ ਗਾਥਾ। ਭਾਈ ਪੈੜਾ ਜੀ ਨੂੰ ਸਤਿਗੁਰਾਂ ਨੇ ਸਾਰੀ ਗੱਲ ਜਿਹੜੀ ਸੀ ਉਹ ਸਮਝਾ ਦਿੱਤੀ ਹੈ। ਲਿਖਿਓ ਹੁਕਮਨਾਮਾ ਜਿਮ ਭਾਇਓ। ਮਹਾਰਾਜ ਜੀ ਨੇ ਇੱਕ ਹੁਕਮਨਾਮਾ ਉਸ ਰਾਜੇ ਪ੍ਰਤੀ ਲਿਖਿਆ ਹੈ। ਗੁਰ ਪ੍ਰਸੰਨ ਹੋਇ ਕਰਪ ਕਰਾਇਓ। ਮਹਾਰਾਜ ਜੀ ਨੇ ਬਹੁਤ ਪ੍ਰਸੰਨ ਹੋ ਕੇ ਉਹ ਹੁਕਮਨਾਮਾ ਭਾਈ ਪੈੜੇ ਦੇ ਹੱਥ ਦੇ ਦਿੱਤਾ। ਸ੍ਰੀ ਨਾਨਕ ਪੋਥੀ ਤਿਸਥਾਈ। ਜਿਸ ਜਗ੍ਹਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਲਿਖਵਾਈ ਹੋਈ ਜਾਂ ਉਹਨਾਂ ਦੇ ਸਮੇਂ ਲਿਖਿਆ ਹੋਇਆ ਗ੍ਰੰਥ ਪ੍ਰਾਣ ਸੰਗਲੀ,
ਜਿਸ ਜਗ੍ਹਾ ਪਈ ਸੀ ਰਾਹ ਹਕੀਕਤ ਸਕਲ ਸੁਨਾਈ। ਰਸਤੇ ਦੀ ਸਾਰੀ ਜਿਹੜੀ ਹਕੀਕਤ ਸੀ ਉਹ ਦੱਸ ਦਿੱਤੀ ਹੈ। ਪੋਥੀ ਦੇਹ ਸੋ ਖੋਲੋ ਨਾਹੀ। ਗੁਰਦੇਵ ਨੇ ਵੀ ਕਿਹਾ ਭਾਈ ਪੈੜੇ ਨੂੰ ਕਿ ਜਦੋਂ ਪੋਥੀ ਲੈ ਕੇ ਉੱਥੋਂ ਤੁਰੋਗੇ ਨਾ ਸੰਗਲਾ ਦੀਪ ਤੋਂ, ਤੇ ਇਹ ਜਿਹੜੀ ਪੋਥੀ ਹੈ ਤੁਸੀਂ ਖੋਲਿਓ ਨਾ। ਹਟਹੁ ਲਿਹੋ ਆਵੋ ਹਮ ਪਾਹੀ। ਵਾਪਸ ਆਓ, ਇਹ ਪੋਥੀ ਸਾਡੇ ਕੋਲ ਲਿਆਵੋ। ਇਕ ਸਿਖ ਰਾਖੇ ਪੈਸੇ 5। ਇੰਨੇ ਚਿਰ ਵਿੱਚ ਇੱਕ ਸਿੱਖ ਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ 5 ਪੈਸੇ ਭੇਟਾ ਰੱਖੀ ਹੈ। ਸੋ ਖਰਚੇ ਦੀਨੀ ਗੁਰ ਸਾਚ। ਉਹ ਗੁਰੂ ਸਾਹਿਬ ਜੀ ਨੇ 5 ਪੈਸੇ ਭੇਟਾ ਉਹ ਸਿੱਖ ਨੂੰ ਰਸਤੇ ਦਾ ਖਰਚਾ ਦੇ ਦਿੱਤਾ। ਸਗਰ ਬਾਤ ਸਮਝਾਏ ਪਠਾਇਓ। ਸਾਰੀ ਗੱਲਬਾਤ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਮਝਾ ਕੇ ਸਿੱਖ ਨੂੰ ਸੰਗਲਾ ਦੀਪ ਭੇਜਿਆ ਹੈ। ਸੁਣ ਆਏ ਸੋ ਤਤਕਾਲ ਸੁਧਾਇਓ। ਗੁਰੂ ਸਾਹਿਬ ਦੀ ਆਗਿਆ ਸੁਣ ਕੇ ਹੁਕਮ ਮੰਨ ਕੇ ਭਾਈ ਪੈੜਾ ਜੀ ਛੇਤੀ ਨਾਲ ਸੰਗਲਾ ਦੀਪ ਨੂੰ ਚੱਲ ਪਏ ਨੇ। ਪੰਡਿਤ ਕੋ ਦਿਖਾਏ ਤਬ ਕਹਿਓ। ਹੁਣ ਗੁਰੂ ਸਾਹਿਬ ਜੀ ਨੇ ਸਾਰਾ ਕੌਤਕ ਸਾਰੀ ਖੇਡ ਜਿਹੜੀ ਸੀ ਇਹ ਉਹ ਪੰਡਿਤ ਨੂੰ ਦਿਖਾਈ ਹੈ। ਜਿਹੜਾ ਪੰਡਿਤ ਕਰਮਕਾਂਡੀ ਸੀ, ਗਿਆਨ ਤਾਂ ਬਹੁਤ ਸੀ ਪਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਕਰਮ ਸਨ ਤੇ ਜਿਹੜੇ ਕਰਮਕਾਂਡ ਉਹ ਕਰਕੇ, ਸੋ ਇਸੇ ਪ੍ਰਕਾਰ ਜਿਹੜੇ ਉਹ ਕਰਮਕਾਂਡ ਕਰਦਾ ਸੀ ਜਿਸ ਨੂੰ ਦੇਖ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੱਸਿਆ ਕਿ ਅਨੰਨ ਭਗਤ ਕੌਣ ਹੁੰਦੇ ਨੇ। ਉਸ ਵੇਲੇ ਸਤਿਗੁਰਾਂ ਨੇ ਪੰਡਿਤ ਨੂੰ ਬੁਲਾਇਆ ਤੇ ਕਹਿਆ, ਗਮਨਿਓ ਸਿੱਖ ਭਲੇ ਤਾਂ ਲਹਿਓ। ਮਹਾਰਾਜ ਕਹਿਣ ਲੱਗੇ ਕਿ ਆ ਜਿਹੜਾ ਸਾਡਾ ਸਿੱਖ ਗਿਆ ਤੂੰ ਚੰਗੀ ਤਰ੍ਹਾਂ ਦੇਖਿਆ ਹੈ। ਵਾਰ ਮਹੂਰਤ ਤਿਥ ਨਹਿ ਪੁੱਛਾ। ਇਹ ਸਿੱਖ ਨੇ ਤੁਰਨ ਲੱਗਿਆ ਨਾ ਤੇ ਮਹੂਰਤ ਸੋਧਿਆ, ਨਾ ਦੇਖਿਆ ਕਿ ਕਿਹੜਾ ਚੰਗਾ ਮਹੂਰਤ ਹੈ ਕਿਹੜਾ ਮਾੜਾ ਹੈ, ਨਾ ਇਹਨੇ ਵਾਰ ਦੀ ਵਿਚਾਰ ਕੀਤੀ ਹੈ। ਅਕਸਰ ਆਪਾਂ ਕਹਿੰਦੇ ਤਾਂ ਹਾਂ ਕਿ ਆਪਾਂ ਸਿੱਖ ਹਾਂ, ਪਰ ਸਾਧ ਸੰਗਤ ਰਹਿਤ ਮਰਿਆਦਾ ਪੜ੍ਹਿਓ। ਸਿੱਖ ਉਹ ਹੈ ਜਿਹੜਾ 10 ਗੁਰੂ ਸਾਹਿਬਾਨਾਂ ਦੇ ਉੱਤੇ ਨਿਸ਼ਚਾ ਰੱਖਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਣਾ ਡੋਲ ਭਰੋਸਾ ਰੱਖਦਾ ਹੈ। ਸੋ ਉਹ ਸਿੱਖ ਹੈ। ਤੇ ਕਹਿਣ ਨੂੰ ਇਹ ਕਹਿਣਾ ਕਿ ਆਪਾਂ ਸਿੱਖ ਹਾਂ ਤੇ ਫਿਰ ਵਾਰਾਂ ਦੀ ਵਿਚਾਰ ਕਰਨੀ ਕਿ ਅੱਜ ਸ਼ਨੀਵਾਰ ਹੈ, ਅੱਜ ਵਾਰ ਚੰਗਾ ਨਹੀਂ, ਅੱਜ ਵੀਰਵਾਰ ਹੈ, ਅੱਜ ਫਲਾਣਾ ਕੰਮ ਨਹੀਂ ਕਰਨਾ, ਅੱਜ ਬੁੱਧਵਾਰ ਹੈ ਤੇ ਆਹ ਕੰਮ ਇਸ ਵਾਰ ਕਰ ਲਈਏ, ਜਾਂ ਆਹ ਮਹੂਰਤ ਚੰਗਾ ਨਹੀਂ। ਇੱਦਾਂ ਦੀ ਵਿਚਾਰ ਜਿਹੜੀ ਹੈ ਇਹ ਗੁਰੂ ਕਾ ਸਿੱਖ ਨਹੀਂ ਕਰਦਾ। ਪਰ ਮਨ ਵਿੱਚ ਕਈ ਵਾਰੀ ਹੈਰਾਨੀ ਹੁੰਦੀ ਹੈ ਕਿ ਸਾਡੇ ਘਰਾਂ ਦੇ ਵਿੱਚ ਵੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸੁਣਨ ਨੂੰ ਮਿਲਣ ਤੇ ਫਿਰ ਇਹ ਸੁਣ ਕੇ ਹੈਰਾਨ ਹੋਈਦਾ ਕਿ ਆਪਾਂ ਕਹਿੰਦੇ ਤਾਂ ਹਾਂ ਕਿ ਸਿੱਖਾਂ ਗੁਰੂ ਕੇ, ਤੇ ਫਿਰ ਆਪਾਂ ਗੁਰੂ ਤੇ ਭਰੋਸਾ ਕੀ ਰੱਖਿਆ। ਗੁਰੂ ਦਾ ਸਿੱਖ ਜਿਹੜਾ ਹੈ ਉਹ ਅਡੋਲ ਆਪਣਾ ਭਰੋਸਾ ਨਿਸ਼ਚਾ ਇੱਕ ਅਕਾਲ ਪੁਰਖ ਤੇ ਰੱਖਦਾ ਹੈ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਜਦੋਂ ਇੱਕ ਓੰਕਾਰ ਦੀ ਟੇਕ ਲੈ ਲਈ ਤੇ ਫਿਰ ਸਾਹੇ ਸੋਧਣੇ ਸੁਧਵਾਣੇ, ਚੰਗੇ ਮਾੜੇ ਮਹੂਰਤ ਕਢਾਣੇ। ਫਿਰ ਬੁਲਾ ਕੇ ਪੰਡਤਾਂ ਨੂੰ ਇਹ ਕਹਿਣਾ ਕਿ ਮਹੂਰਤ ਸੋਧ ਦਿਓ, ਚਲੋ ਜਿਨ੍ਹਾਂ ਦਾ ਇਹ ਕੰਮ ਹੈ ਉਹਨਾਂ ਨੂੰ ਕਰਨ ਦਿਓ, ਪਰ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਇੱਕ ਅਕਾਲ ਪੁਰਖ ਤੇ ਭਰੋਸਾ ਰੱਖ, ਅਰਦਾਸ ਕਰ ਅਕਾਲ ਪੁਰਖ ਦੇ ਚਰਨਾਂ ਵਿੱਚ। ਸਾਰੇ ਕਾਰਜ ਤਾਂ ਪ੍ਰਮਾਤਮਾ ਨੇ ਆਪ ਸਵਾਰਨੇ। ਇਸ ਲਈ ਮਹਾਰਾਜ ਨੇ ਪੰਡਿਤ ਨੂੰ ਸਿੱਖਿਆ ਦਿੱਤੀ ਹੈ। ਸਾਧ ਸੰਗਤ ਤੇ ਗੁਰੂ ਸਾਹਿਬ ਤੋਂ ਉਪਦੇਸ਼ ਲੈ ਕੇ ਪੰਡਿਤ ਵੀ ਗੁਰੂ ਸਾਹਿਬ ਦਾ ਸਿੱਖ ਬਣੇ। ਜਦੋਂ ਮਹਾਰਾਜ ਨੇ ਸਿੱਖ ਨੂੰ ਭੇਜਿਆ ਭਾਈ ਪੈੜੇ ਨੂੰ ਪ੍ਰਾਣ ਸੰਗਲੀ ਗ੍ਰੰਥ ਲੈਣ ਵਾਸਤੇ, ਪੈਂਡਾ ਬਹੁਤ ਲੰਮਾ ਸੀ। ਹੁਣ ਵੀ ਆਪਾਂ ਦੇਖਦੇ ਹਾਂ ਸ਼੍ਰੀਲੰਕਾ ਦੂਰ ਹੈ, ਅੰਮ੍ਰਿਤਸਰ ਸਾਹਿਬ ਤੋਂ ਜੇ ਜਾਈਏ ਤੇ ਉਦੋਂ ਤਾਂ ਜਿਹੜੇ ਇਹ ਰਸਤੇ ਸਨ ਉਹ ਬਹੁਤ ਕਠਿਨ ਸਨ। ਪਰ ਗੁਰੂ ਕੇ ਸਿੱਖ ਨੇ ਨਾ ਤੇ ਕਿਸੇ ਮਹੂਰਤ ਨੂੰ ਸੋਧਿਆ, ਨਾ ਵਾਰ ਦੀ ਵਿਚਾਰ ਕੀਤੀ। ਮਹਾਰਾਜ ਕਹਿੰਦੇ ਦੇਖੋ ਪੰਡਿਤ ਜੀ, ਇਹ ਹਨ ਸਿੱਖ ਵਾਰ ਮਹੂਰਤ ਥਿਤ ਨੇ ਪੁੱਛਾ। ਇਹਨੇ ਤੁਰਨ ਲੱਗਿਆ ਨਾ ਤੇ ਕੋਈ ਮਹੂਰਤ ਸੋਧਿਆ, ਨਾ ਇਹਨੇ ਸਾਡੇ ਤੋਂ ਤੁਰਨ ਲੱਗਿਆ ਵਾਰ ਪੁੱਛਿਆ, ਨਾ ਵਿਚਾਰ ਕੀਤੀ ਹੈ ਵਾਰ ਦੀ। ਬਿਨਾ ਖਰਚ ਤੇ ਮਨ ਨਹਿ ਛੂਛਾ। ਤੇ ਨਾ ਹੀ ਤੁਰਨ ਲੱਗਿਆ ਕੋਈ ਬਹੁਤਾ ਖਰਚਾ ਇਹਨੇ ਨਾਲ ਲਿਆ। ਕਈ ਵਾਰੀ ਬੰਦਾ ਤੁਰਦਾ ਹੈ ਤੇ ਚੰਗਾ ਉਹਦਾ ਖਰਚਾ ਰਸਤੇ ਦਾ ਨਾਲ ਲੈਂਦਾ ਕਿ ਮੇਰੇ ਕੋਲ ਇੰਨਾ ਖਰਚ ਹੋਵੇ ਫੇਰ ਹੀ ਮੈਂ ਇੰਨਾ ਪੈਂਡਾ ਕਰ ਸਕਦਾ। ਪਰ ਗੁਰਦੇਵ ਕਹਿੰਦੇ ਸਿੱਖ ਨੇ ਤਾਂ ਨਾ ਸਾਡੇ ਤੋਂ ਖਰਚੇ ਦੀ ਮੰਗ ਕੀਤੀ। ਕਿਉਂਕਿ ਮਨ ਨਹਿ ਛੂਛਾ, ਉਹਦਾ ਮਨ ਸਿਦਕ ਦੇ ਨਾਲ ਭਰਿਆ ਹੋਇਆ। ਡੋਲਦਾ ਕੌਣ ਹੈ? ਜਿਹਦਾ ਮਨ ਖਾਲੀ। ਜਿਹੜਾ ਮਨੋਂ ਖਾਲੀ ਹੈ ਉਹਦੇ ਕੋਲ ਚੰਗਾ ਧਨ ਵੀ ਹੋਵੇ ਉਹ ਤਾਂ ਵੀ ਡਰਦਾ ਰਹਿੰਦਾ ਹੈ। ਪਰ ਜਿਹੜਾ ਮਨੋਂ ਸਿਦਕ ਨਾਲ ਭਰਿਆ ਹੋਇਆ ਹੋਵੇ ਉਹਨੂੰ ਫਿਰ ਡੋਲਣ ਦੀ ਲੋੜ ਨਹੀਂ ਪੈਂਦੀ। ਨਿਸ਼ਚਾ ਏਕ ਕਰਨੇ ਅਰਦਾਸ। ਸਿੱਖ ਨੂੰ ਕਿਹਦੇ ਤੇ ਨਿਸ਼ਚਾ ਹੈ? ਭਰੋਸਾ ਹੈ। ਗੁਰਦੇਵ ਕਹਿੰਦੇ ਅਰਦਾਸ ਤੇ। ਜਦੋਂ ਸਿੱਖ ਅਰਦਾਸ ਕਰਕੇ ਤੁਰਦਾ ਹੈ ਨਾ ਤੇ ਫਿਰ ਉਹ ਨਾ ਕੋਈ ਮਹੂਰਤ ਸੋਧਦਾ ਹੈ, ਨਾ ਚੰਗੇ ਮਾੜੇ ਦਿਨ ਦੀ ਵਿਚਾਰ ਕਰਦਾ ਹੈ,
ਨਾ ਦੇਖਦਾ ਮੇਰੇ ਕੋਲ ਹੈ ਕੀ ਤੇ ਕੀ ਨਹੀਂ। ਇਹ ਕਦੇ ਸਿੱਖ ਨੇ ਵਿਚਾਰ ਨਹੀਂ ਕੀਤੀ, ਕਿਉਂਕਿ ਭਰੋਸਾ ਇੱਕ ਅਕਾਲ ਪੁਰਖ ਤੇ ਰੱਖਿਆ। ਆਪਾਂ ਤਵਾਰੀਖ ਦੇ ਪੰਨੇ ਪੜ੍ਹਦੇ ਹਾਂ, ਸਾਧ ਸੰਗਤ 17ਵੀਂ ਸਦੀ ਦੀ ਮੱਧ ਦੀ ਇਹ ਘਟਨਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਸਜਿਆ। ਉਸ ਵੇਲੇ ਸਜੇ ਹੋਏ ਸਰਬੱਤ ਖਾਲਸੇ ਦੇ ਇਕੱਠ ਵਿੱਚ ਇੱਕ ਬ੍ਰਾਹਮਣ ਚੱਲ ਕੇ ਆਇਆ। ਉਹਨੇ ਆ ਕੇ ਧਾ ਮਾਰੀ, ਕਹਿਣ ਲੱਗਾ, ਖਾਲਸਾ ਜੀ, ਮੈਨੂੰ ਪਤਾ ਹੈ ਕਿ ਤੁਹਾਡੀ ਸ਼ਰਨ ਵਿੱਚ ਆਉਣ ਵਾਲਾ ਕਦੇ ਖਾਲੀ ਨਹੀਂ ਮੁੜਦਾ। ਪੁੱਛਿਆ, ਤੈਨੂੰ ਕਿਸ ਗੱਲ ਦੀ ਤੰਗੀ ਹੈ? ਕਹਿਣ ਲੱਗਾ, ਮੇਰੀ ਘਰ ਵਾਲੀ ਬ੍ਰਾਹਮਣੀ ਕਸੂਰ ਦਾ ਹਾਕਮ ਜਿਹੜਾ ਹੈ ਅਸਮਾਨ ਖਾਂ, ਉਹ ਚੁੱਕ ਕੇ ਲੈ ਗਿਆ। ਉਹ ਇਸੇ ਤਰ੍ਹਾਂ ਹੀ ਕਰਦਾ ਹੈ ਕਿ ਜਦੋਂ ਵੀ ਕੋਈ ਨਾ ਵਿਆਹੀ ਔਰਤ ਦੇਖਦਾ ਹੈ ਤੇ ਉਹਨੂੰ ਚੁੱਕ ਕੇ ਆਪਣੇ ਘਰੇ ਲੈ ਜਾਂਦਾ, ਬੇਪਤ ਕਰਦਾ ਹੈ। ਤੇ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ। ਕਹਿੰਦੇ ਉਸ ਵੇਲੇ ਇਸ ਦੀ ਪੁਕਾਰ ਸੁਣ ਕੇ ਰੋਂਦੇ ਦੀ ਤੇ ਖਾਲਸੇ ਨੇ ਸਲਾਹ ਕੀਤੀ ਹੈ, ਪਰ ਦੱਸਣ ਵਾਲਿਆਂ ਨੇ ਦੱਸਿਆ ਕਿ ਕਸੂਰ ਦਾ ਜਿਹੜਾ ਹਾਕਮ ਹੈ ਉਹਨਾਂ ਕੋਲ ਫੌਜਾਂ ਬਹੁਤ ਵੱਡੀ ਤਾਦਾਦ ਵਿੱਚ ਨੇ ਤੇ ਉਹਨਾਂ ਕੋਲ ਮਾਰੂ ਹਥਿਆਰ ਵੀ ਬੜੇ ਨੇ। ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਨੇ ਕਿ ਖਾਲਸੇ ਨੇ ਫਿਰ ਹਰਿਮੰਦਰ ਸਾਹਿਬ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਉਹ ਇਹ ਪੰਕਤੀਆਂ ਲਿਖਦੇ ਨੇ, ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਭ ਸਿੱਖ ਸੰਗਤ ਕੋ ਸੱਚ ਵਾਕ ਦੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੋ, ਸਾਨੂੰ ਹੁਕਮ ਦਿਓ ਅਸੀਂ ਕੀ ਕਰੀਏ। ਕਹਿੰਦੇ, ਚੱਕ ਪੱਤਰੇ ਗ੍ਰੰਥ ਕੋ ਦੇਖਾ, ਬਸੰਤਵਾਰ ਕੋ ਆਇਓ ਲੇਖਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਚੱਕ ਕੇ ਮੁਖਵਾਕ ਲਿਆ ਤੇ ਬਸੰਤ ਰਾਗ ਚੋਂ ਪਾਵਨ ਮੁਖਵਾਕ ਆਇਆ, ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨਾ ਮੋਆ। ਜਦੋਂ ਇਹ ਮੁਖਵਾਕ ਸੁਣਿਆ ਤੇ ਖਾਲਸੇ ਨੇ ਚੜ੍ਹਾਈ ਕਰ ਦਿੱਤੀ ਕਸੂਰ ਤੇ। ਜਦੋਂ ਰਸਤੇ ਦੇ ਵਿੱਚ ਪਹੁੰਚੇ, ਫਿਰ ਕਿਸੇ ਨੇ ਆ ਕੇ ਇਹਨਾਂ ਦਾ ਰਾਹ ਰੋਕ ਕੇ ਦੱਸਿਆ, ਕਹਿਣ ਲੱਗੇ, ਜਿੰਨੀਆਂ ਕੁ ਫੌਜਾਂ ਤੁਸੀਂ ਲੈ ਕੇ ਜਾ ਰਹੇ ਹੋ ਨਾ, ਤੁਹਾਡੀਆਂ ਫੌਜਾਂ ਕਸੂਰ ਦਾ ਹਾਕਮ ਅਸਮਾਨ ਖਾਂ ਦੇ ਸਾਹਮਣੇ ਕੁਝ ਵੀ ਨਹੀਂ ਨੇ। ਕੀ ਉਹਨਾਂ ਦਾ ਮੁਕਾਬਲਾ ਤੁਸੀਂ ਕਰ ਲਓਗੇ? ਉਸ ਵੇਲੇ ਜਿਹੜਾ ਉੱਤਰ ਸੀ ਉਹ ਇਹ ਦਿੱਤਾ, ਕਹਿਣ ਲੱਗੇ, ਦਈ ਗੁਰੂ ਗ੍ਰੰਥ ਆਵਾਜ਼, ਸੋ ਕਰੋਗੋ ਹਮਰਾ ਕਾਜ। ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੋਇਆ ਚਾਲੇ ਪਾਉਣ ਵਾਸਤੇ। ਹੁਣ ਸਾਡਾ ਕਾਰਜ ਅਸੀਂ ਆਪ ਨਹੀਂ ਕਰਨਾ, ਸਾਡਾ ਕਾਰਜ ਕਰਨਾ ਗੁਰੂ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲ। ਇੰਨਾ ਭਰੋਸਾ ਰੱਖ ਕੇ ਜਦੋਂ ਕਸੂਰ ਦੇ ਉੱਤੇ ਚੜ੍ਹਾਈ ਕੀਤੀ, ਲਾਹੌਰ ਫਤਿਹ ਕੀਤਾ ਸੀ, ਕਸੂਰ ਬਾਅਦ ਵਿੱਚ ਫਤਿਹ ਕੀਤਾ ਹੈ। ਕਹਿੰਦੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰਿਆ, ਹਰਾ ਕੇ ਕਸੂਰ ਦੀ ਜੰਗ ਜਿੱਤ ਕੇ ਤੇ ਉਹ ਬ੍ਰਾਹਮਣ ਦੀ ਘਰਵਾਲੀ ਛਡਾ ਕੇ ਉਹਦੇ ਹਵਾਲੇ ਕੀਤੀ ਸੀ। ਇੰਨਾ ਭਰੋਸਾ ਸਿੱਖਾਂ ਨੂੰ ਗੁਰੂ ਦੇ ਚਰਨਾਂ ਵਿੱਚ ਕੀਤੀ ਅਰਦਾਸ ਤੇ ਹੁੰਦਾ ਹੈ। ਜਿਸ ਤਰ੍ਹਾਂ ਅਕਾਲੀ ਫੂਲਾ ਸਿੰਘ ਜੀ ਅਰਦਾਸਾਂ ਕਰਕੇ ਤੁਰ ਪਏ, ਸ਼ੇਰੇ ਪੰਜਾਬ ਦਾ ਸੁਨੇਹਾ ਆਇਆ ਸੀ, ਕਹਿਣ ਲੱਗਾ ਅੱਜ ਦੀ ਜੰਗ ਰੋਕ ਦਿੱਤੀ ਜਾਵੇ, ਕਿਉਂਕਿ ਹਲੇ ਜਿਹੜੀਆਂ ਤੋਪਾਂ ਆਉਣੀਆਂ ਨੇ ਉਹ ਹਲੇ ਪਹੁੰਚੀਆਂ ਨਹੀਂ। ਤੇ ਅਕਾਲੀ ਜੀ ਦਾ ਕਹਿਣਾ ਸੀ, ਕਹਿਣ ਲੱਗੇ ਮਹਾਰਾਜੇ ਨੂੰ ਸੁਨੇਹਾ ਦਿਓ ਕਿ ਮਹਾਰਾਜਾ ਤੂੰ ਲੜਦਾ ਹੋਵੇਂਗਾ ਤੋਪਾਂ ਦੇ ਆਸਰੇ, ਪਰ ਸਾਨੂੰ ਭਰੋਸਾ ਆਪਣੇ ਗੁਰੂ ਤੇ ਹੈ, ਆਪਾਂ ਗੁਰੂ ਤੇ ਭਰੋਸਾ ਕਰਕੇ ਚੜ੍ਹਾਈ ਕੀਤੀ ਹੈ, ਹੁਣ ਜੋ ਹੋਵੇਗਾ ਉਹ ਜੰਗ ਦੇ ਮੈਦਾਨ ਵਿੱਚ ਜਾ ਕੇ ਦੇਖਾਂਗੇ। ਇੰਨਾ ਭਰੋਸਾ ਸਿੱਖਾਂ ਨੂੰ, ਗੁਰੂ ਕੇ ਖਾਲਸੇ ਨੂੰ, ਆਪਣੇ ਗੁਰੂ ਦੇ ਉੱਤੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਦੇਖੋ ਪੰਡਤ ਨੂੰ ਕਿ ਤੁਸੀਂ ਪੁੱਤਰ ਤੋਰਿਆ, ਖੋਤਾ ਹਿਣਕਿਆ, ਤੇਰਾ ਪੁੱਤਰ ਯਾਤਰਾ ਕੈਂਸਲ ਕਰਕੇ ਵਾਪਸ ਆ ਗਿਆ, ਪਰ ਗੁਰੂ ਸਾਹਿਬ ਜੀ ਕਹਿੰਦੇ ਸਾਡਾ ਸਿੱਖ ਜਿਹੜਾ ਸੀ ਭਾਈ ਪੈੜਾ ਇੰਨੀ ਦੂਰ ਭੇਜਿਆ, ਉਹਨੇ ਵਿਚਾਰ ਨਹੀਂ ਕੀਤੀ, ਨਾ ਉਹਨੇ ਦੇਖਿਆ ਕਿ ਮੇਰੇ ਕੋਲ ਪੈਸੇ ਕਿੰਨੇ ਕਿੰਨੇ, ਨਾ ਉਹਨੇ ਮੁਹੂਰਤ ਸੋਧਿਆ, ਨਾ ਉਹਨੇ ਵਾਰ ਦੀ ਵਿਚਾਰ ਕੀਤੀ ਚੰਗਾ ਹੈ ਮਾੜਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਬਸ ਗੁਰੂ ਕਾ ਸਿੱਖ ਜਿਹੜਾ ਹੈ ਉਹ ਨਿਸ਼ਚਾਦਿਕ ਕਰਨ ਅਰਦਾਸ, ਇੱਕ ਅਰਦਾਸ ਦੇ ਉੱਤੇ ਨਿਸ਼ਚਾ ਭਰੋਸਾ ਰੱਖਦਾ ਹੈ। ਨਿਤ ਜਾਣੈ ਜਹ ਕਹਿ ਗੁਰ ਪਾਸ, ਨਿਤ ਜਾਣੈ ਜਹ ਕਹਿ ਗੁਰ ਪਾਸ। ਕੀ ਫਿਰ ਜਾਣਦਾ? ਅਰਦਾਸ ਕਰਕੇ ਤੁਰ ਪਏ ਨਾ, ਫਿਰ ਨਿਤਾ ਪ੍ਰਤੀ ਇਹ ਜਾਣਦਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਇਹ ਗੁਰੂ ਕੇ ਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੁੰਦਾ ਹੈ। ਭਗਤ ਅਨੰਨ ਕਹਾਵਤ ਐਸੀ। ਮਹਾਰਾਜ ਕਹਿੰਦੇ ਪੰਡਤ ਜੀ ਇਹਨਾਂ ਨੂੰ ਅਨੰਨ ਭਗਤ ਕਹਿੰਦੇ ਹਨ। ਮਨ ਵਿੱਚ ਸ਼ੰਕਾ ਸੀ ਨਾ ਕਿ ਮੈਨੂੰ ਅਨੰਨ ਭਗਤ ਕਿਉਂ ਨਹੀਂ ਗੁਰੂ ਸਾਹਿਬ ਨੇ ਕਿਹਾ। ਇਹ ਸਿੱਖ ਆਇਆ ਹੈ ਭਾਈ ਸ਼ਾਲੋ,
ਇਹਨੂੰ ਕਹਿ ਦਿੱਤਾ ਕਿ ਤੂੰ ਅਨੰਨ ਭਗਤ ਹੈ। ਮਹਾਰਾਜ ਕਹਿੰਦੇ ਫਿਰ ਇਸ ਲਈ ਉਹਨੂੰ ਅਨੰਨ ਭਗਤ ਕਹਿੰਦੇ ਨੇ ਜਿਹੜਾ ਪਰਮਾਤਮਾ ਤੇ ਭਰੋਸਾ ਰੱਖਦਾ ਹੈ। ਗੁਰ ਬਿਨ ਅਪਰ ਨ ਮਾਨੈ ਕੈਸੀ। ਇੱਕ ਗੁਰੂ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਟੇਕ ਵੱਲ ਨਹੀਂ ਤੱਕਦਾ। ਜਿਹੜੇ ਬਚਨ ਗੁਰੂ ਕਲਗੀਧਰ ਸਾਹਿਬ ਜੀ ਨੇ 33 ਸਵਈਆਂ ਵਿੱਚ ਕਹੇ ਨੇ, ਜਾਗਤ ਜੋਤ ਜਪੈ ਨੇ ਸਬਾਸੁਰ, ਏਕ ਬਿਨਾ ਮਨ ਨੈਕ ਨਾਨੈ। ਮਨ ਵਿੱਚ ਥੋੜੀ ਜਿਹੀ ਕਿਸੇ ਹੋਰ ਨੂੰ ਥਾਂ ਨਹੀਂ ਦਿੰਦਾ। ਇੱਕ ਅਕਾਲ ਪੁਰਖ ਜਾਗਤ ਜੋਤ ਦਾ ਪੁਜਾਰੀ ਹੈ ਖਾਲਸਾ। ਮਹਾਰਾਜ ਕਹਿੰਦੇ ਜਿਹੜਾ ਇੱਕ ਦੀ ਟੇਕ ਲੈਂਦਾ ਹੈ, ਇੱਕ ਪਰਮਾਤਮਾ ਦੀ, ਇੱਕ ਗੁਰੂ ਦੀ ਸ਼ਰਨ ਲੈਂਦਾ ਹੈ। ਗਣ ਦੇਵਨ ਪਰ ਨਿਸ਼ਚਾ ਤੇਰਾ। ਹਾਂ, ਤੇਰਾ ਤੇ ਬਹੁਤੇ ਦੇਵਤਿਆਂ ਦੇ ਉੱਤੇ ਭਰੋਸਾ ਹੈ। ਭਜਿਓ ਸੋਪ ਸੁਨ ਰਵ ਖਰ ਕੇਰਾ। ਪਰ ਫਿਰ ਖੋਤੇ ਦੀ ਆਵਾਜ਼ ਸੁਣ ਕੇ ਤੇ ਸਾਰਾ ਭਰੋਸਾ ਹੀ ਛੱਡ ਦਿੱਤਾ। ਇੰਨੇ ਦੇਵਤਿਆਂ ਦੀ ਟੇਕ ਲੈ ਕੇ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਕੀਤੀਆਂ, ਪੂਜਾ ਕੀਤੀ, ਮਹੂਰਤ ਸੋਧਿਆ, ਸਾਹੇ ਸੋਧੇ, ਫਿਰ ਰਸਤੇ 'ਚ ਖੋਤਾ ਹਣਕਿਆ ਤੇ ਵਾਪਸ ਕਿਉਂ ਮੋੜ ਆਇਆ? ਉਹਨਾਂ ਤੇ ਭਰੋਸਾ ਨਹੀਂ ਤੈਨੂੰ ਕਾਇਮ ਰਿਹਾ। ਫਿਰ ਤਾਂ ਭਰੋਸਾ ਰੱਖ ਕੇ ਤੁਰ ਪੈਣਾ ਚਾਹੀਦਾ ਸੀ। ਇਸੇ ਤਰ੍ਹਾਂ ਜਦੋਂ ਅਰਦਾਸ ਕਰਕੇ ਸਿੱਖ ਤੁਰਦਾ ਹੈ ਨਾ, ਤੇ ਫਿਰ ਨਹੀਂ ਦੇਖਦਾ ਕਿ ਪਿੱਛੋਂ ਆਵਾਜ਼ ਪਈ ਹੈ ਕਿ ਨਹੀਂ ਪਈ, ਕੋਈ ਕੂੜਾ ਸੁੱਟਣ ਚੱਲਿਆ ਹੈ ਕਿ ਨਹੀਂ ਸੁੱਟਣ ਚੱਲਿਆ। ਕਈ ਤਾਂ ਇਸੇ ਵਿਚਾਰਾਂ ਦੇ ਵਿੱਚ ਲੱਗੇ ਰਹਿੰਦੇ ਨੇ, ਜੀ ਅੱਗੋਂ ਫਲਾਣਾ ਬੰਦਾ ਮਿਲ ਗਿਆ, ਫਲਾਣਾ ਮੱਥੇ ਲੱਗ ਗਿਆ ਤਾਂ ਅਸੀਂ ਤਾਂ ਵਾਪਸ ਆ ਗਏ, ਸਾਡਾ ਕੰਮ ਨਹੀਂ ਸੀ ਬਣਨਾ, ਉਹਨੇ ਫਲਾਣੇ ਨੇ ਆਵਾਜ਼ ਮਾਰ ਦਿੱਤੀ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸਿੱਖ ਹੈ ਉਹ ਇੱਕ ਗੁਰੂ ਤੇ ਭਰੋਸਾ ਰੱਖਦਾ ਹੈ। ਉਹ ਤੇਰਾ ਇਹਨੇ ਦੇਵਤਿਆਂ ਦੇ ਉੱਤੇ ਭਰੋਸਾ, ਪਰ ਹੋਇਆ ਕੀ? ਗਨ ਦੇਵਨ ਪਰ ਨਿਸ਼ਚਾ ਤੇਰਾ, ਤਜਿਉ ਸੋਪਿ ਸੁਨ ਰਵ ਖਰ ਕੇਰਾ। ਖੋਤੇ ਦੇ ਹਿਣਕਣ ਦੀ ਆਵਾਜ਼ ਸੁਣ ਕੇ ਸਾਰਾ ਭਰੋਸਾ ਹੀ ਤੂੰ ਛੱਡ ਦਿੱਤਾ। ਪ੍ਰਭ ਗੁਰਦਾਸ ਭਾਈ ਪ੍ਰਤ ਗਾਏ। ਹਾਂ, ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਦੇ ਪ੍ਰਤੀ ਇੱਕ ਬਿੱਤ ਉਚਾਰਨ ਕੀਤੇ ਨੇ। ਜਹ ਪ੍ਰਸੰਗ ਕੇ ਕਬਿਤ ਬਣਾਏ। ਇਹ ਪ੍ਰਸੰਗ ਦੇ ਕਬਿਤ ਜਿਹੜੇ ਹਨ ਭਾਈ ਗੁਰਦਾਸ ਜੀ ਨੇ ਬਣਾਏ ਹਨ। ਸੁਣ ਭਾਈ ਜੁਗ ਕਬਿਤ ਬਣਾਏ। ਸੁਣ ਕੇ ਭਾਈ ਗੁਰਦਾਸ ਜੀ ਨੇ ਕਬਿਤ ਗਾਇਨ ਕੀਤੇ ਨੇ। ਨਾਨ ਭਗਤ ਪਰਥਾਏ ਸੁਹਾਏ। ਇਹ ਅਨੰਨ ਭਗਤ ਪਰ ਪਰਥਾਏ ਜਿਹੜੇ ਨੇ ਸੁਣਾਏ ਨੇ ਕਿ ਕੌਣ ਅਨੰਨ ਭਗਤ ਗੁਰੂ ਦਾ ਹੁੰਦਾ ਹੈ। ਸੋ ਅਬ ਇਸ ਥਾਂ ਲਿਖਿਆ ਬਣਾਈ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ ਉਹ ਕਬਿਤ ਜਿਹੜੇ ਭਾਈ ਗੁਰਦਾਸ ਜੀ ਨੇ ਇਹਦੇ ਪਰਥਾਏ ਉਚਾਰਨ ਕੀਤੇ ਨੇ ਨਾ, ਜੋ ਪੰਡਤ ਨੇ ਕਰਤੂਤ ਕੀਤੀ ਜਾਂ ਜੋ ਇਹਨੇ ਮਹੂਰਤ ਸੋਧੇ ਤੇ ਫਿਰ ਅਵਸ਼ਗਨ ਜਾਣ ਕੇ ਯਾਤਰਾ ਰੋਕ ਦਿੱਤੀ, ਇਹਦੇ ਪ੍ਰਤੀ ਭਾਈ ਗੁਰਦਾਸ ਜੀ ਨੇ ਕਬਿਤ ਬਣਾਏ ਹਨ। ਭਾਈ ਸੰਤੋਖ ਸਿੰਘ ਕਹਿੰਦੇ, ਮੈਂ ਇੱਥੇ ਲਿਖਦਾ ਹਾਂ। ਪਾਠ ਕਰ ਜਾਨੋ ਗੁਰ ਸਿੱਖ ਭਾਈ। ਭਾਈ ਗੁਰਸਿੱਖੋ, ਤੁਸੀਂ ਵੀ ਇਹ ਬਾਣੀ ਪੜ੍ਹ ਕੇ ਭਾਈ ਸਾਹਿਬ ਜੀ ਦੇ ਬਚਨ ਸੁਣ ਕੇ ਨਾ, ਤੇ ਤੁਸੀਂ ਵੀ ਜਾਣ ਜਾਓਗੇ ਕਿ ਗੁਰੂ ਕਾ ਸਿੱਖ ਕਦੇ ਵਹਿਮਾਂ ਭਰਮਾਂ ਦੇ ਉੱਤੇ ਯਕੀਨ ਨਹੀਂ ਰੱਖਦਾ, ਕਰਮ ਕਾਂਡਾਂ ਦੇ ਉੱਤੇ ਯਕੀਨ ਨਹੀਂ ਰੱਖਦਾ, ਕੇਵਲ ਇੱਕ ਅਕਾਲ ਪੁਰਖ ਦੀ ਟੇਕ ਲੈਂਦਾ ਹੈ। ਜੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਹੀ ਕਰ ਦਿੱਤੀ, ਫਿਰ ਪਿੱਛੇ ਕੀ ਰਹਿ ਗਿਆ? ਤੇ ਜੇ ਪਿੱਛੇ ਭੌਂ ਕੇ ਵੇਖਣਾ ਹੈ ਤੇ ਫਿਰ ਹਲੇ ਭਰੋਸਾ ਸਾਡਾ ਕਾਇਮ ਹੋਇਆ ਨਹੀਂ। ਫਿਰ ਇੱਕ ਪਾਸਾ ਰੱਖੀਏ ਨਾ, ਜੇ ਗੁਰੂ ਨੂੰ ਬਾਂਹ ਫੜਾ ਦਿੱਤੀ ਹੈ ਤੇ ਫਿਰ ਹੋਰ ਟੇਕ ਛੱਡ ਦਈਏ, ਪਰ ਜੇ ਡਾਵਾਂ ਡੋਲ ਡੱਕੇ ਡੋਲੇ ਹੀ ਖਾਣੇ ਨੇ ਤੇ ਫਿਰ ਕੀ ਫਾਇਦਾ ਅਰਦਾਸ ਕਰਨ ਦਾ? ਅਰਦਾਸ ਕੀਤੀ ਤੂੰ ਭਾਵ ਸੀ ਕਿ ਮੈਂ ਹੁਣ ਤੇਰੇ ਚਰਨਾਂ 'ਚ ਬੇਨਤੀ ਕੀਤੀ ਹੈ, ਮੈਂ ਤੇਰੀ ਸ਼ਰਨ 'ਚ ਆ ਗਿਆ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਤੇ ਫਿਰ ਭਰੋਸਾ ਰੱਖਿਆ, ਜਿਹਨੂੰ ਕਹਿੰਦੇ ਨੇ ਬਲਾਈਂਡ ਫੇਥ, ਅੰਨੀ ਸ਼ਰਧਾ। ਸੰਤ ਸਿੰਘ ਜੀ ਮਸਕੀਨ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਨੇ ਅੰਨੀ ਸ਼ਰਧਾ ਜੇ ਸੁਜਾਖੇ ਤੇ ਰੱਖੀ ਜਾਵੇ ਤੇ ਫਿਰ ਕੋਈ ਡਰ ਨਹੀਂ। ਜੇ ਗੁਰੂ ਹੋਵੇ ਅੰਧਲਾ, ਅੰਨਾ ਹੋਵੇ ਤੇ ਉਹਦੇ ਤੇ ਅੰਨੀ ਸ਼ਰਧਾ ਰੱਖੀਏ ਤੇ ਫਿਰ ਗੱਲ ਮਾੜੀ। ਅੰਨਾ ਬੰਦਾ ਅੰਨੇ ਦੀ ਬਾਂਹ ਫੜੇਗਾ ਤੇ ਕਿਸੇ ਪਾਸੇ ਨਹੀਂ ਲੱਗ ਸਕਦਾ। ਆ ਦੇਹਧਾਰੀ ਦੰਭੀ ਪਖੰਡੀ, ਇਹ ਤਾਂ ਆਪ ਅੰਨੇ ਨੇ, ਜਿਨ੍ਹਾਂ ਬਾਰੇ ਗੁਰਬਾਣੀ ਦਾ ਫਰਮਾਨ ਹੈ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧੇ ਕਰਮ ਕਰੇ। ਜਿਨ੍ਹਾਂ ਦਾ ਗੁਰੂ ਹੀ ਅੰਨਾ ਅਗਿਆਨੀ ਹੈ, ਉਹਦੇ ਚੇਲੇ ਵੀ ਅਗਿਆਨਤਾ ਵਾਲੇ ਕਰਮ ਕਾਂਡਾਂ ਵਿੱਚ ਫਸਦੇ ਨੇ। ਪਰ ਜੇ ਗੁਰੂ ਹੋਵੇ ਨਾ ਸੁਜਾਖਾ ਗਿਆਨਵਾਨ, ਤੇ ਫਿਰ ਅੰਨੀ ਸ਼ਰਧਾ ਵੀ ਰੱਖੀਏ ਤੇ ਗੁਰੂ ਡੋਲਣ ਨਹੀਂ ਦਿੰਦਾ। ਉਹਨੂੰ ਬਾਂਹ ਫੜਾ ਦਈਏ ਆਪਣੀ ਤੇ ਫਿਰ ਉਹ ਜ਼ਰੂਰ ਭਵ ਸਾਗਰ ਤੋਂ ਪਾਰ ਲਾਵੇਗਾ। ਇਹ ਕਬਿਤ ਜਿਹੜੇ ਨੇ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੇ ਹਨ। ਭਾਈ ਗੁਰਦਾਸ ਜੀ ਵਾਚ। ਭਾਈ ਗੁਰਦਾਸ ਜੀ ਦੇ ਉਚਾਰਨ ਕੀਤੇ ਬਚਨ ਹਨ। ਕਬਿਤ ਬੈਸਨੋ ਅਨੰਨ ਬ੍ਰਹਮਨ ਸਾਲ ਗ੍ਰਾਮ ਸੇਵਾ। ਇੱਕ ਅਨੰਨ ਭਗਤ ਕਹਾਉਂਦਾ ਸੀ ਆਪਣੇ ਆਪ ਦੇ ਵਿੱਚ ਬ੍ਰਾਹਮਣ, ਤੇ ਜਿਹੜਾ ਵੈਸ਼ਨੂੰ ਭਾਵ ਜਿਹੜਾ ਸੀ ਵਿਸ਼ਨੂੰ ਦਾ ਭਗਤ ਸੀ, ਸਾਲਗ੍ਰਾਮ ਸੇਵਾ। ਸਾਲਗ੍ਰਾਮ ਕਹਿੰਦੇ ਨੇ ਜਿਹੜਾ ਬ੍ਰਾਹਮਣਾਂ ਕੋਲ ਪੱਥਰ ਹੁੰਦਾ ਹੈ ਤੇ ਉਹ ਪੱਥਰ ਦੀ ਸੇਵਾ ਕਰਦੇ ਹਨ, ਤੇ ਇਹ ਪੱਥਰ ਦੀ ਸੇਵਾ ਕਰਦਾ ਸੀ ਸਾਲਗ੍ਰਾਮ ਦੀ,
ਤੇ ਵਿਸ਼ਨੂੰ ਜੀ ਦਾ ਭਗਤ ਸੀ। ਸੀਲਾ ਭਾਗਵਤ ਸਰੋਤਾ ਇਕਾਕੀ ਕਹਾਵਈ। ਗੀਤਾ ਭਗਵਤ ਸਰੋਤਾ ਏਕਾਕੀ ਕਹਾਵਈ। ਕਹਿੰਦਾ ਸੀ ਇੱਕੋ ਇੱਕ ਮੈਨੂੰ ਭਰੋਸਾ ਹੈ ਵੇਦਾਂ ਤੇ ਗੀਤਾ ਤੇ ਭਾਗਵਤ ਗੀਤਾ ਤੇ ਇਸ ਤਰ੍ਹਾਂ ਦਾ ਸਰੋਤਾ ਬਣ ਕੇ ਆਪਣੇ ਆਪ ਵਿੱਚ ਦੱਸਦਾ ਸੀ। ਤੀਰਥ ਧਰਮ ਦੇਵ ਯਾਤਰਾ ਕੋ ਪੰਡਿਤ ਪੂਛ। ਪੰਡਤ ਤੋਂ ਜੋਤਸ਼ੀ ਤੋਂ ਪੁੱਛ ਕੇ ਤੀਰਥ ਯਾਤਰਾ ਨੂੰ ਜਦੋਂ ਤੁਰਿਆ, ਕਰਤ ਗਵਨ ਸੁਮਹੂਰਤ ਸੁਧਾਵਈ। ਮਹੂਰਤ ਸੋਧਿਆ, ਸਾਹਾ ਸਦਵਾਇਆ, ਚੰਗੇ ਮਾੜੇ ਦਿਨ ਦੀ ਵਿਚਾਰ ਵੀ ਜਿਹੜੀ ਸੀ ਉਹ ਕੀਤੀ। ਫਿਰ ਪੰਡਤ ਤੋਂ ਪੁੱਛ ਕੇ, ਕਈਆਂ ਨੇ ਆਪਣੇ ਪਰਸਨਲ ਜੋਤਸ਼ੀ ਰੱਖੇ ਹੁੰਦੇ, ਜਦੋਂ ਕੋਈ ਕੰਮ ਕਰਨਾ ਉਹਨਾਂ ਪਾਸੋਂ ਪੁੱਛਣਾ, ਜੀ ਇਹ ਫਲਾਣਾ ਵਾਰ ਚੰਗਾ ਹੈ, ਫਲਾਣਾ ਦਿਨ ਚੰਗਾ ਹੈ, ਆਹ ਮਹੂਰਤ ਸਹੀ ਹੈ, ਸਾਨੂੰ ਮਹੂਰਤ ਸੋਧ ਕੇ ਦੱਸੋ ਤੇ ਆਪਾਂ ਫਲਾਣੇ ਦਿਨ ਆਹ ਕੰਮ ਕਰਾਂਗੇ। ਤੇ ਫਿਰ ਉਹ ਜਿਹੜੇ ਜੋਤਸ਼ੀ ਨੇ, ਪੰਡਤ ਨੇ, ਉਹ ਫਿਰ ਮਹੂਰਤ ਸੋਧਦੇ ਨੇ ਤੇ ਫਿਰ ਉਹਨਾਂ ਨੂੰ ਦੱਸਦੇ ਨੇ ਜੀ ਫਲਾਣੇ ਵਾਰ ਤੁਸੀਂ ਆਹ ਕਰਮ ਕਰਿਓ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੱਕ ਬ੍ਰਾਹਮਣ ਵਿਸ਼ਨੂੰ ਜੀ ਦਾ ਭਗਤ, ਸਾਲਗ੍ਰਾਮ ਦੀ ਸੇਵਾ ਕਰਨ ਵਾਲਾ, ਗੀਤਾ ਭਗਵਤ ਦਾ ਸਰੋਤਾ ਸੀ। ਤੇ ਫਿਰ ਤੀਰਥ ਧਰਮ ਦੇ ਯਾਤਰਾ ਕੋ ਪੰਡਤ ਪੂਛ, ਤੀਰਥ ਦੀ ਯਾਤਰਾ ਤੇ ਤੁਰਿਆ ਪੰਡਤ ਜੋਤਸ਼ੀ ਤੋਂ ਪੁੱਛ ਕੇ। ਬਾਹਰ ਨਿਕਸ ਗਰਦਬ ਸੁਵਾਨ ਸਗਨ ਕੈ। ਹਾਂ, ਜਦੋਂ ਬਾਹਰ ਨਿਕਲਿਆ ਤੇ ਹੋਇਆ ਕਿ ਗਰਦਬ ਕਹਿੰਦੇ ਨੇ ਗਧੇ ਨੂੰ, ਗਧਾ, ਤੇ ਸਵਾਨ ਕਹਿੰਦੇ ਨੇ ਕੁੱਤੇ ਨੂੰ। ਗਧਾ ਹਿਣਕਿਆ, ਕੁੱਤੇ ਨੂੰ ਰੋਂਦਾ ਸੁਣਿਆ। ਸ਼ੰਕਾ ਉਪਰਾਜ ਕੈ ਬਾਹੁਰ ਕਰ ਆਵਈ। ਮਨ ਵਿੱਚ ਸ਼ੰਕਾ ਖੜਾ ਹੋ ਗਿਆ ਤੇ ਵਾਪਸ ਮੁੜ ਆਇਆ, ਯਾਤਰਾ ਛੱਡ ਦਿੱਤੀ। ਇੰਨਾ ਕੰਮ ਕੀਤਾ। ਵਿਸ਼ਨੂੰ ਜੀ ਦਾ ਭਗਤ ਸੀ, ਸਾਲਗ੍ਰਾਮ ਦਾ ਸੇਵਕ ਸੀ, ਗੀਤਾ ਅਤੇ ਭਾਗਵਤ ਵੇਦਾਂ ਨੂੰ ਕੰਨਾਂ ਨਾਲ ਸੁਣਨ ਵਾਲਾ ਸਰੋਤਾ ਸੀ। ਪੰਡਤ ਤੋਂ ਜੋਤਸ਼ੀ ਤੋਂ ਪੁੱਛ ਕੇ ਮਹੂਰਤ ਸੋਧ ਕੇ ਘਰੋਂ ਬਾਹਰ ਨਿਕਲਿਆ। ਪਰ ਜਦੋਂ ਯਾਤਰਾ ਤੁਰਿਆ, ਰਸਤੇ ਵਿੱਚ ਖੋਤਾ ਹਿਣਕਿਆ, ਕੂਕਰ ਰੋਇਆ ਤੇ ਅਵਸ਼ਗਨ ਮੰਨ ਕੇ ਵਾਪਸ ਮੁੜ ਆਇਆ। ਕੀ ਫਾਇਦਾ ਹੋਇਆ ਇੰਨਾ ਕਰਮ ਕਰਨ ਦਾ, ਮਹੂਰਤ ਸੋਧਣ ਦਾ? ਜੇ ਅਵਸ਼ਗਨ ਨੂੰ ਹੀ ਮੰਨਣਾ ਸੀ ਤੇ ਫਿਰ ਇੰਨੀ ਪੂਜਾ ਕਰਨ ਦਾ, ਇੰਨੇ ਕਰਮ ਕਾਂਡ ਕਰਨ ਦਾ ਲਾਭ ਕੀ ਮਿਲਿਆ? ਪਤ ਬ੍ਰਤ ਗਹਿ ਸਕਤ ਨਾ ਏਕਾ ਟੇਕ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਪਤੀ ਬ੍ਰਤ ਧਰਮ ਵਾਲੇ ਔਰਤਾਂ ਨੇ ਨਾ, ਉਹਨਾਂ ਨੂੰ ਆਪਣੇ ਇੱਕ ਪਤੀ ਤੇ ਭਰੋਸਾ ਹੁੰਦਾ ਹੈ, ਉਹ ਹੋਰ ਕਿਸੇ ਦੀ ਟੇਕ ਨਹੀਂ ਮੰਨਦੀ। ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ, ਜਿਨ੍ਹਾਂ ਨੇ ਸਿੱਖੀ ਨੂੰ ਧਾਰਨ ਕੀਤਾ ਹੈ, ਕੇਵਲ ਪਹਿਰਾਵੇ ਵਾਲੇ ਨਹੀਂ। ਕਹਿਣ ਨੂੰ ਤਾਂ ਆਪਾਂ ਦੇਖਦੇ ਹਾਂ ਕਿ ਕੋਈ ਕਵੇ ਕਿ ਜੀ ਫਲਾਣਾ ਸਿੱਖ ਵੀ ਫਲਾਣੇ ਜੋਤਸ਼ੀ ਕੋਲ ਤੁਰਿਆ ਜਾਂਦਾ ਸੀ, ਉਹਦੀ ਪੱਗ ਦੇਖ ਕੇ। ਇਸ ਤਰ੍ਹਾਂ ਨਹੀਂ। ਜਿਹਨੇ ਗੁਣਾਂ ਨੂੰ ਧਾਰਨ ਕੀਤਾ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਇਆ, ਉਹ ਗੁਰੂ ਕਾ ਸਿੱਖ ਜਿਹੜਾ ਹੈ ਏਕਾ ਟੇਕ, ਇੱਕ ਅਕਾਲ ਪੁਰਖ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੀ ਟੇਕ ਲੈਂਦਾ ਹੈ, ਭਰੋਸਾ ਰੱਖਦਾ ਹੈ। ਦੁਬਦਾ ਅਸ਼ਤ ਨਾ ਪਰਮ ਪਦ ਪਾਵਈ। ਫਿਰ ਉਹ ਕਦੇ ਦੁਬਦਾ ਵਿੱਚ ਨਹੀਂ ਪੈਂਦਾ। ਤੇ ਜਿਹੜੇ ਦੁਬਦਾ ਵਿੱਚ ਰਹਿੰਦੇ ਨੇ, ਨਾ ਪਰਮ ਪਦ ਪਾਵੇ, ਉਹ ਪਰਮ ਪਦਵੀ ਨੂੰ ਪਾ ਨਹੀਂ ਸਕਦੇ। ਪਰਮਾਤਮਾ ਦੀ ਪ੍ਰਾਪਤੀ ਵਾਲੀ ਜਿਹੜੀ ਪਦਵੀ ਹੈ, ਉਹਨੂੰ ਪ੍ਰਾਪਤ ਨਹੀਂ ਕਰ ਸਕਦੇ। ਵਹਿਮਾਂ ਭਰਮਾਂ ਵਿੱਚ, ਕਰਮ ਕਾਂਡਾਂ ਵਿੱਚ ਜੀਵਨ ਬਤੀਤ ਕਰਨ ਵਾਲੇ। ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੁ। ਅਗਲੇ ਕਬਿਤ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਕੀ ਸਿੱਖਾਂ ਦਾ ਸੰਗਤ ਦੇ ਨਾਲ ਇਸ ਤਰ੍ਹਾਂ ਦਾ ਮਿਲਾਪ ਹੈ। ਪਤ ਬ੍ਰਤ ਏਕ ਟੇਕ ਦੁਬਦਾ ਨਿਵਾਰੀ ਹੈ। ਸਿੱਖੀ ਨੂੰ ਧਾਰਨ ਕਰਕੇ ਫਿਰ ਦੁਬਦਾ ਤਿਆਗ ਦਿੰਦੇ ਨੇ। ਦੁਬਦਾ ਹੁੰਦੀ ਹੈ ਦੋ ਵਿਧੀਆਂ, ਦੋ ਰਸਤੇ। ਭਾਈ ਗੁਰਦਾਸ ਜੀ ਨੇ ਇੱਕ ਕਬਿਤ ਹੋਰ ਵੀ ਲਿਖਿਆ ਹੈ ਕਿ ਦੋਏ ਨਾਵ ਪਾਵ ਧਰੈ ਪਹੁੰਚੈ ਨ ਪਾਰ ਹੈ, ਦੋਏ ਦਰਪਨ ਦੇਖਿਆ ਇੱਕ ਸੈ ਅਨੇਕ ਰੂਪ ਹੋਏ। ਭਾਈ ਗੁਰਦਾਸ ਜੀ ਕਹਿੰਦੇ ਦੋ ਸ਼ੀਸ਼ਿਆਂ ਵਿੱਚ ਜਦੋਂ ਬੰਦਾ ਸਰੂਪ ਦੇਖੇ ਨਾ, ਇੱਕ ਤੋਂ ਅਨੇਕਾਂ ਰੂਪ ਦਿਸਣਗੇ, ਸਰੂਪ ਸਹੀ ਨਹੀਂ ਦਿਸਦਾ। ਆਪਾਂ ਵੀ ਇੱਕ ਸ਼ੀਸ਼ੇ ਵਿੱਚ ਦੇਖੀਏ ਤੇ ਸਰੂਪ ਸਹੀ ਹੈ, ਪਰ ਦੋ ਸ਼ੀਸ਼ੇ ਲੱਗੇ ਹੋਣ ਤੇ ਸਰੂਪ ਵੱਖਰਾ ਵੱਖਰਾ ਦਿਸਦਾ ਹੈ। ਦੋਏ ਦਰਪਨ ਦੇਖਿਆ ਇੱਕ ਸੈ ਅਨੇਕ ਰੂਪ ਹੋਏ, ਦੋਏ ਨਾਵ ਪਾਵ ਧਰੈ ਪਹੁੰਚੈ ਨ ਪਾਰ ਹੈ। ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਕਦੇ ਨਦੀ ਪਾਰ ਨਹੀਂ ਕਰ ਸਕਦਾ। ਅਕਸਰ ਆਪਾਂ ਸੁਣਦੇ ਹਾਂ ਕਿ ਦੋ ਬੇੜੀਆਂ 'ਚ ਪੈਰ ਨਾ ਰੱਖ, ਡੁੱਬ ਜਾਵੇਂਗਾ। ਦੋਏ ਨਾਵ ਪਾਵ ਧਰੈ ਪਹੁੰਚੈ ਨ ਪਾਰ ਹੈ, ਦੋਏ ਦਿਸ਼ਾ ਗਏ ਗਾਏ ਸਿਆਤ ਪਾਉ ਟੁੱਟੈ। ਭਾਈ ਸਾਹਿਬ ਕਹਿੰਦੇ ਬੰਦੇ ਨੂੰ ਦੋ ਪਾਸਿਓਂ ਬੰਨ੍ਹ ਕੇ ਖਿੱਚਿਆ ਜਾਵੇ, ਕੀ ਹੋਵੇਗਾ? ਉਹਦੇ ਹੱਥ ਪੈਰ ਹੀ ਟੁੱਟਣਗੇ ਨਾ, ਅੰਗ ਭੰਗ ਹੋਣਗੇ। ਦੋਏ ਦਿਸ਼ਾ ਗਹੇ ਗਹਾਏ ਸੇ ਹੱਥ ਪਾਉ ਟੁੱਟੈ, ਦੁਰਾਹੇ ਦੁਚਿੱਤ ਹੋਏ ਭੂਲ ਪਗ ਧਾਰ। ਜਦੋਂ ਬੰਦਾ ਦੋ ਰਸਤਿਆਂ 'ਚ ਖੜਾ ਹੋਵੇ, ਰਸਤਾ ਸਹੀ ਪਤਾ ਨਾ ਹੋਵੇ ਤੇ ਮਨ 'ਚ ਦੁੱਤੀ ਬਣ ਜਾਂਦੀ ਹੈ ਕਿ ਸਹੀ ਰਸਤਾ ਕਿਹੜਾ ਹੈ। ਦੋਏ ਦਰਪਨ ਦੇਖਿਆ ਇੱਕ ਸੈ ਅਨੇਕ ਰੂਪ ਹੋਏ, ਦੋਏ ਨਾਵ ਪਾਉ ਧਰੈ ਪਹੁੰਚੈ ਨ ਪਾਰ ਹੈ, ਦੋਏ ਦਿਸ਼ਾ ਗਏ ਗਾਏ ਸਿਆਤ ਪਾਉ ਟੂਟੈ, ਦੁਰਾਹੇ ਦੁਚਿੱਤ ਹੋਏ ਭੂਲ ਪਗ ਧਾਰ ਹੈ, ਦੋਏ ਭੂਪ ਤਾਕੂ ਗਾਉ ਪਰਜਾ ਨ ਸੁਖੀ ਹੋ। ਦੋ ਰਾਜੇ ਇੱਕ ਨਗਰ ਦੇ ਹੋਣ ਤੇ ਪਰਜਾ ਸੁਖੀ ਨਹੀਂ ਸੌਵੇਗੀ।
ਕਿਉਂਕਿ ਆਪਸ ਵਿੱਚ ਜੰਗ ਕਰਦੇ ਰਹਿਣਗੇ, ਲੜਨਗੇ, ਪ੍ਰਜਾ ਦਾ ਨੁਕਸਾਨ ਹੋਵੇਗਾ। ਦੋਏ ਭੂਪ ਤਾਕੂਗਾ ਪ੍ਰਜਾ ਨਾ ਸੁਖੀ ਹੋਤ, ਦੋਏ ਪੁਰਖੁਨ ਕੀ ਨਾ ਕੁਲਾ ਬੱਧੂ ਨਾਰ ਹੈ। ਦੋ ਬੰਦਿਆਂ ਦੀ ਇੱਕ ਔਰਤ ਕੁਲ ਵਾਲੀ ਨਹੀਂ ਕਹਾਉਂਦੀ। ਇਹ ਉਦਾਹਰਨਾਂ ਦੇ ਕੇ ਭਾਈ ਸਾਹਿਬ ਨੇ ਸਮਝਾਇਆ, ਗੁਰ ਸਿੱਖ ਹੋਏ ਆਨ ਦੇਵ ਸੇਵ ਟੇਵ ਗਹਿ। ਗੁਰੂ ਕਾ ਸਿੱਖ ਹੋਵੇਂ, ਹੋਰ ਫਲਾਣੇ ਦੇਵਤੇ ਦੀ ਜਾ ਕੇ ਟੇਕ ਲਵੇਂ। ਆ ਮੈਂ ਫਲਾਣੇ ਦੇਵਤੇ ਕੋਲ ਚੱਲਿਆ, ਮੈਂ ਫਲਾਣੇ ਤੀਰ ਤੇ ਚੱਲਿਆ, ਮੈਂ ਫਲਾਣੇ ਮੰਦਰ ਚੱਲਿਆ। ਭਾਈ ਗੁਰਦਾਸ ਜੀ ਕਹਿੰਦੇ, ਸਿੱਖ ਹੋ ਕੇ ਦੇਵਤਿਆਂ ਦੀ ਟੇਕ ਲਵੇਂ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ। ਜਮਾਂ ਤੋਂ ਬਚਾਉਣ ਵਾਲਾ ਤੇ ਪੂਰਾ ਗੁਰੂ ਹੀ ਹੈ ਨਾ। ਜਿਹੜੇ ਆਪ ਜਮਾਂ ਦੇ ਅਧੀਨ ਨੇ, ਦੂਜੇ ਨੂੰ ਕੀ ਮੁਕਤ ਕਰਨਗੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਜਿਹੜੇ ਸਿੱਖ ਨੇ ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ। ਸੰਗਤ ਦੇ ਮਿਲਾਪ ਦਾ ਪ੍ਰਤਾਪ ਇਸ ਤਰ੍ਹਾਂ ਦਾ ਹੈ ਕਿ ਪਤ ਬ੍ਰਤ ਏਕ ਟੇਕ ਦੁਬਦਾ ਨਵਾਰੀ ਹੈ। ਫਿਰ ਜਿਹਨੇ ਸਿੱਖੀ ਧਾਰਨ ਕਰ ਲਈ ਨਾ, ਉਹ ਫਿਰ ਦੁਬਦਾ ਵਿੱਚ ਨਹੀਂ ਜੇ ਰਹਿੰਦਾ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾਓ, ਮੜਾ ਮਸਾਣ ਨਾ ਜਾਈ। ਤੇ ਜਿਹੜਾ ਮੜੀਆਂ ਮਸਾਣਾਂ ਵਿੱਚ ਤੁਰਿਆ ਫਿਰੇ, ਕਵੇ ਮੈਂ ਸਿੱਖ ਹਾਂ, ਭਾਈ ਸਾਹਿਬ ਕਹਿੰਦੇ ਹੋ ਹੀ ਨਹੀਂ ਸਕਦਾ। ਕਿਉਂਕਿ ਗੁਰੂ ਕਾ ਸਿੱਖ ਗੁਰੂ ਤੇ ਟੇਕ ਰੱਖਦਾ ਹੈ, ਗੁਰੂ ਤੇ ਭਰੋਸਾ ਰੱਖਦਾ ਹੈ, ਅੰਦਰੋਂ ਦੁਬਦਾ ਨਿਵਾਰ ਦਿੰਦਾ ਹੈ। ਪੂਛਤ ਨਾ ਜੋਤਕ ਉਬੇਦ ਥਿਤ ਵਾਰ ਕਛੂ। ਨਾ ਇਹ ਜੋਤਸ਼ੀਆਂ ਪਾਸੋਂ ਪੁੱਛਦਾ ਜੀ, ਇਹ ਵੀ ਧਿਆਨ 'ਚ ਰੱਖਿਓ ਜੀ। ਜੋਤਸ਼ੀ ਤੋਂ ਜਿਹੜਾ ਪੁੱਛਣ ਜਾਵੇ ਉਹ ਸਿੱਖ ਥੋੜ੍ਹਾ ਹੋਵੇਗਾ। ਸਿੱਖ ਤਾਂ ਆਪਣੇ ਗੁਰੂ ਤੋਂ ਆ ਕੇ ਪੁੱਛੇਗਾ ਕਿ ਮੈਂ ਫਲਾਣਾ ਕਾਰਜ ਕਰਨ ਲੱਗਾ, ਮਹਾਰਾਜ ਮੈਨੂੰ ਆਗਿਆ ਦਿਓ, ਅਰਦਾਸ ਕਰਕੇ ਉਹ ਕਾਰਜ ਆਰੰਭ ਕਰ ਦੇਵੇਗਾ। ਇਸ ਲਈ ਪੂਛਤ ਨਾ ਜੋਤਕ, ਜੋਤੀਆਂ ਨੂੰ ਤੋਂ ਨਹੀਂ ਪੁੱਛਦਾ। ਅਤੇ ਵੇਦ ਥਿਤ ਵਾਰ, ਨਾ ਕੋਈ ਥਿਤ ਵਾਰ ਦੀ ਵਿਚਾਰ ਕਰਦਾ ਹੈ। ਗ੍ਰਹਿ ਔ ਨਛੱਤਰ ਕੀ ਨਾ ਸ਼ੰਕਾ ਔਰ ਧਾਰੀ ਹੈ। ਚੰਗੇ ਮਾੜੇ ਗ੍ਰਹਿ ਅਤੇ ਨਛੱਤਰ, ਇਹਨਾਂ ਬਾਰੇ ਮਨ ਵਿੱਚ ਸ਼ੰਕਾ ਨਹੀਂ ਰੱਖਦਾ। ਜਾਣਤ ਨ ਸ਼ਗਨ ਲਗਨ ਆਣ ਦੇਵ ਸੇਵਾ। ਨਾ ਹੀ ਚੰਗੇ ਮਾੜੇ ਸ਼ਗਨਾਂ ਦੀ ਵਿਚਾਰ ਕਰਦਾ ਹੈ, ਨਾ ਹੀ ਕਿਸੇ ਦੇਵਤਿਆਂ ਦੀ ਸੇਵਾ ਦੇ ਵਿੱਚ ਲੱਗਦਾ ਹੈ। ਸ਼ਬਦ ਸੁਰਤ ਲਿਵ ਏ ਨੇਹ ਨਿਰੰਕਾਰੀ ਹੈ। ਕਰਦਾ ਕੀ ਹੈ ਗੁਰੂ ਕਾ ਸਿੱਖ? ਇੱਕ ਨਿਰੰਕਾਰ ਦੇ ਉੱਤੇ ਭਰੋਸਾ ਰੱਖਦਾ ਹੈ, ਇੱਕ ਸ਼ਬਦ ਦੀ ਟੇਕ ਲੈਂਦਾ ਹੈ, ਆਪਣੀ ਸੁਰਤ ਨੂੰ ਸ਼ਬਦ ਵਿੱਚ ਟਿਕਾ ਲੈਂਦਾ ਹੈ। ਸਿੱਖ ਸੰਤ ਬਾਲਕ ਸ੍ਰੀ ਗੁਰ ਪ੍ਰਤਪਾਲਕ ਹੋਏ। ਸਿੱਖ ਤੇ ਸੰਤ ਇਹ ਬਾਲਕ ਨੇ, ਬੱਚੇ ਨੇ, ਤੇ ਗੁਰੂ ਪਾਲਣਾ ਕਰਨ ਵਾਲਾ ਹੈ। ਸਾਧ ਸੰਗਤ, ਤੇ ਫਿਰ ਜੇ ਪਾਲਣਾ ਕਰਨ ਵਾਲਾ ਮਾਂ-ਬਾਪ ਸਿਰ ਤੇ ਬੈਠਾ ਹੋਵੇ ਨਾ, ਤੇ ਬੱਚੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ। ਤੇ ਸਿੱਖ ਸੰਤ ਇਹ ਬਾਲਕ ਨੇ, ਤੇ ਗੁਰੂ ਜਿਹੜਾ ਹੈ ਉਹ ਪਾਲਣਾ ਕਰਨ ਵਾਲਾ ਹੈ। ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਬ੍ਰਹਮ ਦੀ ਵਿਚਾਰ ਬਖਸ਼ਿਸ਼ ਕਰਕੇ ਸਿੱਖ ਨੂੰ ਜੀਵਨ ਮੁਕਤ ਕਰ ਦਿੰਦਾ ਹੈ। ਚੌਪਈ ਨਿਰਣੈ ਕਰਦ ਜਿਨੇ ਤਬ ਜਾਣੇ। ਜਦੋਂ ਸਾਧ ਸੰਗਤ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਹੈ, ਤੇ ਜਿਹੜਾ ਪੰਡਤ ਸੀ ਉਹਨੇ ਨਿਰਣਾ ਕਰ ਲਿਆ। ਇਹ ਸਿੱਖਿਆ ਨੂੰ ਨਾ ਸੁਣ ਕੇ ਮਹਾਰਾਜ ਜੀ ਦੀ ਤੇ ਮਨ ਵਿੱਚ ਧਾਰਨ ਕਰ ਲਈ। ਪਹਿਲਾਂ ਕਰਮ ਕਾਂਡਾਂ ਵਿੱਚ ਫਸਦਾ ਸੀ, ਕਿਉਂਕਿ ਰਿਹਾ ਹੀ ਕਰਮ ਕਾਂਡਾਂ ਦੇ ਵਿੱਚ ਸੀ ਸ਼ੁਰੂ ਤੋਂ। ਪਰ ਅੱਜ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ, ਸਾਡਾ ਸਿੱਖ ਵੀ ਤਾਂ ਗਿਆ ਭਾਈ ਪੈੜਾ, ਇਹਨੇ ਤਾਂ ਚੰਗੇ ਮਾੜੇ ਦਿਨਾਂ ਦੀ ਵਿਚਾਰ ਨਹੀਂ ਕੀਤੀ, ਮੂਰਤ ਨੂੰ ਸੋਧਿਆ ਨਹੀਂ, ਨਾ ਕੋਈ ਕਰਮਕਾਂਡ ਕੀਤਾ, ਬਸ ਅਰਦਾਸ ਕੀਤੀ ਤੇ ਤੁਰ ਪਿਆ। ਜਦੋਂ ਪੰਡਤ ਨੇ ਗੱਲ ਸੁਣੀ, ਇਹਨੇ ਮਹਾਰਾਜ ਦੇ ਬਚਨਾਂ ਤੇ ਭਰੋਸਾ ਕੀਤਾ ਹੈ। ਬਾਗ ਜਥਾਰਥ ਆਪ ਬਖਾਨੇ। ਕਹਿਣ ਲੱਗਾ, ਮਹਾਰਾਜ ਜੋ ਤੁਸੀਂ ਉਪਦੇਸ਼ ਮੈਨੂੰ ਦਿੱਤਾ ਹੈ, ਸ਼ਾਂਤ ਭਈ ਸੁਨ ਗੁਰ ਰਵ ਦਿਜ ਕੋ। ਹਾਂ, ਮੇਰੇ ਮਨ ਵਿੱਚ ਇੰਨੀ ਕੁ ਸ਼ਾਂਤੀ ਜਿਹੜੀ ਉਹ ਆਈ ਹੈ। ਪਹਿਲਾਂ ਤੇ ਮਨ ਜਿਹੜਾ ਸੀ ਉਹ ਚਿੰਤਾ ਦੇ ਵਿੱਚ ਗਰਸਿਆ ਹੋਇਆ ਸੀ। ਆਪਾਂ ਜਾਣ ਬੁੱਝ ਕੇ ਚਿੰਤਾ 'ਚ ਫਸਦੇ ਹਾਂ। ਜਦੋਂ ਭਰੋਸਾ ਇੱਕ ਤੇ ਰੱਖ ਕੇ ਤੁਰਨਾ ਹੀ ਨਹੀਂ, ਤੇ ਫਿਰ ਮਨ ਵਿੱਚ ਦੁਬਦਾ ਹੀ ਖੜੀ ਹੋਣੀ ਹੈ ਨਾ। ਫਿਰ ਚੰਗੇ ਮਾੜੇ ਦਿਨਾਂ ਦੀ, ਗ੍ਰਹਿਾਂ ਦੀ ਵਿਚਾਰ ਕਰੀ ਜਾਣੀ। ਸ਼ਗਨ ਅਪਸ਼ਗਨ ਤਿਸ ਕੋ ਲੱਗਾ ਜਿਸ ਚੀਤ ਨਾ ਆਵੇ। ਜਿਹੜਾ ਚਿੱਤ ਵਿੱਚ ਬ੍ਰਹਮ ਨੂੰ ਰੱਖ ਕੇ ਤੁਰ ਪਿਆ, ਉਹਦੇ ਅੱਗੇ ਕੋਈ ਸ਼ਗਨ ਅਵਸ਼ਗਨ ਨਹੀਂ। ਉਸ ਵੇਲੇ ਮਹਾਰਾਜ ਦਾ ਉਪਦੇਸ਼ ਸੁਣ ਕੇ ਅੰਦਰ ਸ਼ਾਂਤੀ ਆ ਗਈ। ਤੇ ਸ਼ਾਂਤੀ ਲੈਣੀ ਤਾਂ ਗੁਰੂ ਕੋਲ ਆਉਂਦੇ ਆ, ਪਰ ਸ਼ਾਂਤੀ ਉਦੋਂ ਆਉਂਦੀ ਹੈ ਜਦੋਂ ਟਿਕ ਕੇ ਗੁਰੂ ਦਾ ਉਪਦੇਸ਼ ਸੁਣੀਏ, ਤੇ ਗੁਰੂ ਦਾ ਉਪਦੇਸ਼ ਸੁਣ ਕੇ ਉਹਦੇ ਧਾਰਨੀ ਹੋ ਜਾਈ। ਭਰੋਸਾ ਇੱਕ ਅਕਾਲ ਪੁਰਖ ਤੇ ਰੱਖੀਏ ਤੇ ਅੰਦਰ ਸ਼ਾਂਤ ਹੈ। ਤੇ ਸ਼ਾਂਤ ਕਦੋਂ ਨਹੀਂ? ਜਦੋਂ ਅੱਜ ਇੱਥੇ, ਕੱਲ ਕਿਤੇ, ਪਰਸੋਂ ਹੋਰ ਕਿਤੇ, ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ। ਸ਼ਾਂਤੀ ਕਿੱਥੋਂ ਭਾਲਦੇ ਹਾਂ? ਸ਼ਾਂਤੀ ਤਾਂ ਆਉਂਦੀ ਹੈ ਗੁਰੂ ਦੇ ਚਰਨਾਂ ਵਿੱਚ ਟਿਕ ਕੇ। ਜਦੋਂ ਗੁਰੂ ਸਾਹਿਬ ਦਾ ਬਚਨ ਸੁਣਿਆ ਤੇ ਅੰਦਰ ਸ਼ਾਂਤ ਹੋ ਗਿਆ। ਬਹੁਰ ਨ ਸੰਸਾ ਪ੍ਰਾਪਤ ਰਿਦ ਕੋ। ਫਿਰ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦਾ ਇਹਨੇ ਸ਼ੰਕਾ ਨਹੀਂ ਕੀਤਾ। ਮਸਤਕ ਟੇਕ ਸਿਮਰ ਗੁਰ ਗਇਓ। ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਤੁਰ ਪਿਆ ਸਿੱਖ ਭਾਈ ਪੈੜਾ। ਹੋਰ ਕੋਈ ਵੀ ਸ਼ਗਨ ਅਪਸ਼ਗਨ ਇਸ ਨੇ ਨਹੀਂ ਮੰਨਿਆ, ਮਹੂਰਤ ਨੂੰ ਨਹੀਂ ਸੋਧਿਆ।
ਗੁਰੂ ਸਾਹਿਬ ਨੇ ਹੁਕਮ ਦਿੱਤਾ, ਚਰਨਾਂ 'ਚ ਮੱਥਾ ਟੇਕ ਕੇ ਭਾਈ ਪੈੜਾ ਜੀ ਸੰਗਲਾ ਦੀਪ ਨੂੰ ਤੁਰ ਪਏ ਨੇ। ਸਭ ਮਗ ਉਲੰਘ ਪਹੁੰਚਤ ਭਇਓ। ਸਾਰਾ ਰਸਤਾ ਪੈਂਡਾ ਮੁਕਾ ਕੇ ਭਾਈ ਸਾਹਿਬ ਜੀ ਸੰਗਲਾ ਦੀਪ, ਜਿੱਥੇ ਅੱਜ ਸ਼੍ਰੀਲੰਕਾ ਏ, ਇੱਥੇ ਪਹੁੰਚੇ ਹਨ। ਪੁਰ ਸ਼ਿਵ ਨਾਭ ਪ੍ਰਵੇਸ਼ਨ ਕੀਨਾ। ਸ਼ਿਵਨਾਵ ਰਾਜੇ ਦੀ ਨਗਰੀ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਹੈ। ਨਿਰਪਤ ਪ੍ਰਸੰਗ ਬੂਝ ਸਭ ਲੀਨਾ। ਰਾਜੇ ਬਾਰੇ ਕਿਸੇ ਨੂੰ ਜਾ ਕੇ ਪੁੱਛਿਆ, ਸਾਰਾ ਪ੍ਰਸੰਗ ਇਹਦੇ ਬਾਰੇ ਜਾਣ ਲਿਆ। ਮਾਇਆ ਮੇਦਨੀ ਤਿਸ ਕੋ ਨਾਮ। ਰਾਜੇ ਸ਼ਿਵਨਾਵ ਦਾ ਪੋਤਰਾ ਉਸ ਵੇਲੇ ਗੱਦੀ ਤੇ ਬੈਠਾ ਸੀ, ਉਹਦਾ ਨਾਮ ਸੀ ਮਾਇਆ ਮੇਦਨੀ ਰਾਜਾ। ਇਹ ਰਾਜੇ ਸ਼ਿਵਨਾਵ ਦਾ ਪੋਤਰਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸੰਗਲਾ ਦੀਪ ਗਏ, ਸਿੱਖੀ ਦ੍ਰਿੜ ਕਰਵਾਈ, ਉਹ ਰਾਜਾ ਸ਼ਿਵਨਾਵ ਸੀ। ਤੇ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਭਾਈ ਪੈੜਾ ਜੀ ਨੂੰ ਭੇਜਿਆ ਪ੍ਰਾਣ ਸੰਗਲੀ ਗ੍ਰੰਥ ਲੈਣ, ਉਦੋਂ ਰਾਜੇ ਸ਼ਿਵਨਾਵ ਦਾ ਪੋਤਰਾ ਮਾਇਆ ਮੇਦਨੀ ਜਿਹੜਾ ਸੀ, ਉਹ ਗੱਦੀ ਤੇ ਬੈਠਾ ਸੀ। ਚਲਤ ਪੰਥ ਸ਼ੁਭ ਗੁਣ ਗਣ ਧਾਮ। ਗੁਣਾਂ ਨੂੰ ਧਾਰਨ ਕਰਨ ਵਾਲਾ ਸੀ, ਸੋਹਣੇ ਰਸਤੇ ਇਹ ਆਪਣਾ ਜੀਵਨ ਬਤੀਤ ਕਰ ਰਿਹਾ ਸੀ। ਪੁੰਨਵਾਨ ਰਾਜਾ ਧਰਮੱਗ। ਗਿਆਨਵਾਨ ਸੀ ਤੇ ਪੁੰਨਵਾਨ ਸੀ। ਰਾਜਾ ਹੋਣਾ ਹੀ ਐਸਾ ਚਾਹੀਦਾ ਹੈ। ਮਹਾਰਾਜ ਦੇ ਪਾਵਨ ਬਚਨ ਪੜ੍ਹਦੇ ਹਾਂ ਕਿ ਰਾਜਾ ਜਿਹੜਾ ਹੈ ਉਹ ਧਰਮੀ ਹੋਵੇ ਤੇ ਧਰਮ ਦੇ ਕਰਮ ਕਰੇ, ਉਹ ਰਾਜੇ ਦਾ ਰਾਜ ਫਲਦਾ ਹੈ। ਪਰ ਜਿਹੜਾ ਪੁੰਨ ਕਰਕੇ ਰਾਜ ਮਿਲਦਾ ਹੈ, ਰਾਜ ਲੈ ਕੇ ਪੁੰਨ ਕਰਮ ਹੀ ਛੱਡ ਦਵੇ, ਪਾਪ ਕਰੇ। ਇਹਨਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਰਾਜੇ ਜਿਹੜੇ ਹਨ ਉਹ ਵਾੜ ਦੀ ਤਰ੍ਹਾਂ ਹੁੰਦੇ ਨੇ, ਪਰ ਉਲਟੀ ਵਾੜ ਖੇਤ ਕਉ ਖਾਈ। ਜਿਸ ਤਰ੍ਹਾਂ ਦਾ ਕਰਮ ਕਰਨ ਲੱਗ ਪੈਣ, ਫਿਰ ਤਪੋਂ ਰਾਜ ਤੇ ਰਾਜੋਂ ਨਰਕਾਂ ਦੀ ਨਿਸ਼ਾਨੀ ਹੁੰਦੀ ਹੈ। ਪਰ ਇਹ ਰਾਜਾ ਧਰਮੀ ਸੀ, ਧਰਮ ਵਾਲੇ ਕਰਮ ਕਰਦਾ ਸੀ। ਗੁਰ ਕੋ ਸਿੱਖ ਵਿਸਾਰਤ ਤਗ। ਗਿਆਨਵਾਨ ਸੀ ਤੇ ਗੁਰੂ ਕਾ ਸਿੱਖ ਸੀ, ਕਿਉਂਕਿ ਦਾਦਾ ਵੀ ਸਿੱਖ ਸੀ ਨਾ ਰਾਜਾ ਸ਼ਿਵਨਾਵ। ਅੱਗੇ ਪੋਤਰਾ ਜਿਹੜਾ ਸੀ ਮੇਦਨੀ, ਮਾਇਆ ਮੇਦਨੀ, ਇਹ ਵੀ ਗੁਰੂ ਕਾ ਸਿੱਖ ਸੀ। ਸ੍ਰੀ ਨਾਨਕ ਸਿੱਖ ਨਿਰਪ ਸ਼ਿਵ ਨਾਭ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਇਹਦਾ ਦਾਦਾ ਸੀ ਰਾਜਾ ਸ਼ਿਵਨਾਵ। ਜਿਸ ਕੋ ਪੋਤਾ ਜਿਸ ਲਾਭ। ਇਹਦਾ ਪੋਤਰਾ ਸੀ ਰਾਜੇ ਸ਼ਿਵਨਾਵ ਦਾ ਮਾਇਆ ਮੇਦਨੀ। ਸੁਣ ਸਭ ਪੌਰ ਢਾਰ ਟਿਕ ਜਾਏ। ਜਦੋਂ ਭਾਈ ਪੈੜਾ ਜੀ ਨੇ ਪੁੱਛਿਆ ਰਾਜੇ ਸ਼ਿਵਨਾਵ ਦਾ ਮਹਿਲ ਕਿਹੜਾ ਹੈ, ਤੇ ਦੱਸਣ ਵਾਲੇ ਨੇ ਦੱਸਿਆ, ਆ ਸਾਹਮਣੇ ਜਿਹੜਾ ਰਾਜੇ ਦਾ ਮਹਿਲ, ਬਾਹਰ ਜਿਹੜੇ ਦਰਬਾਰ 'ਚ ਹੀ ਖੜੇ ਸਨ ਉਹਨਾਂ ਨੂੰ ਜਾ ਕੇ ਮਿਲੇ ਹਨ। ਗੁਰੂ ਨਿਕਟ ਤੇ ਮੈਂ ਚੱਲ ਆਏ। ਤੇ ਜਾ ਕੇ ਉਹਨਾਂ ਦਰਬਾਰਚੀਆਂ ਨੂੰ ਦੱਸਿਆ, ਜਿਹੜੇ ਪਹਿਰੇਦਾਰ ਸਨ ਉਹਨਾਂ ਨੂੰ ਦੱਸਿਆ ਕਿ ਮੈਂ ਗੁਰੂ ਸਾਹਿਬ ਜੀ ਦੇ ਕੋਲੋਂ ਚੱਲ ਕੇ ਆਇਆ, ਅੰਮ੍ਰਿਤਸਰ ਨਗਰੀ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੈਨੂੰ ਇੱਥੇ ਭੇਜਿਆ ਹੈ। ਲਿਖਿਓ ਹੁਕਮਨਾਮਾ ਮੈਂ ਲਿਆਇਓ। ਜਿਹੜਾ ਗੁਰੂ ਸਾਹਿਬ ਨੇ ਹੁਕਮਨਾਮਾ ਭੇਜਿਆ ਆ ਮੇਰੇ ਹੱਥ ਵਿੱਚ ਹੈ। ਇਹ ਰਾਜੇ ਪ੍ਰਤੀ ਮੈਨੂੰ ਗੁਰੂ ਸਾਹਿਬ ਨੇ ਦੇ ਕੇ ਭੇਜਿਆ ਹੈ। ਸੁਧ ਭੂਪਤ ਕੋ ਦੇਹੋ ਸੁਨਾਇਓ। ਜਾ ਕੇ ਰਾਜੇ ਨੂੰ ਮੇਰੀ ਖਬਰ ਸੁਣਾਓ ਕਿ ਮੈਂ ਗੁਰੂ ਸਾਹਿਬ ਕੋਲੋਂ ਚੱਲ ਕੇ ਆਇਆ ਹਾਂ। ਜਬ ਨਿਰਪ ਸੋ ਸਭ ਕਹੇ ਹਕੀਕਤ। ਜਦੋਂ ਰਾਜੇ ਨੂੰ ਜਾ ਕੇ ਪਹਿਰੇਦਾਰਾਂ ਨੇ ਸਾਰੀ ਗੱਲ ਦੱਸੀ ਹੈ। ਪਿਤਾ ਪਿਤਾਮੇ ਤੇਜ ਉਡੀਕਤ। ਇਹ ਆਪਣੇ ਪਿਤਾ ਪਤਾਮੇ ਦੇ ਸਮੇਂ ਤੋਂ ਉਡੀਕ ਰਿਹਾ ਸੀ। ਪਿਤਾ ਦੇ ਸਮੇਂ ਤੇ ਦਾਦੇ ਸ਼ਿਵਨਾਵ ਦੇ ਸਮੇਂ ਤੋਂ ਉਡੀਕ ਹੋ ਰਹੀ ਸੀ ਸਿੱਖ ਦੇ ਆਉਣ ਦੀ। ਤਤ ਛਿਨ ਉਠਿਓ ਅਗਾਉ ਆਇਓ। ਬੜੀ ਛੇਤੀ ਉੱਠਿਆ, ਸੁਣਿਆ ਹੈ ਅੰਮ੍ਰਿਤਸਰ ਤੋਂ ਸਿੱਖ ਆਇਆ, ਛੇਤੀ ਨਾਲ ਉੱਠਿਆ ਤੇ ਉਹ ਸਿੱਖ ਨੂੰ ਭਾਈ ਪੈੜਾ ਜੀ ਨੂੰ ਸਤਿਕਾਰ ਨਾਲ ਬਾਹਰ ਲੈਣ ਵਾਸਤੇ ਆਇਆ। ਕਰ ਆਦਰ ਅੰਤਰ ਪ੍ਰਵੇਸ਼ਾਇਓ। ਬੜੇ ਸਤਿਕਾਰ ਦੇ ਨਾਲ ਭਾਈ ਪੈੜਾ ਜੀ ਦਾ ਸਤਿਕਾਰ ਕੀਤਾ ਤੇ ਆਪਣੇ ਘਰ ਦੇ ਅੰਦਰ ਲਿਆਂਦਾ। ਉਰੇ ਆਸਨ ਪਰ ਨਿਕਟ ਬਿਠਾਈ। ਆਪਣੇ ਆਸਣ ਦੇ ਨਾਲ ਆਸਣ ਲਵਾ ਕੇ ਉੱਚਾ ਭਾਈ ਪੈੜਾ ਜੀ ਨੂੰ ਕੋਲ ਬਿਠਾਇਆ। ਨਿਰਪਜੁਤ ਸਭਿਨ ਬੰਦੇ ਪਾਏ। ਰਾਜੇ ਦੇ ਸਮੇਤ ਭਾਈ ਪੈੜੇ ਦੇ ਸਾਰਿਆਂ ਨੇ ਚਰਨਾਂ ਤੇ ਨਮਸਕਾਰ ਕੀਤੀ ਹੈ। ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀ। ਰਾਜੇ ਨੇ ਸਤਿਕਾਰ ਕੀਤਾ ਇੰਨਾ ਕਿ ਗੁਰੂ ਕੇ ਨਗਰੀ ਤੋਂ ਚੱਲ ਕੇ ਆਏ ਹੋ, ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜਨ ਦੇਵ ਸਾਹਿਬ ਨੇ ਭੇਜਿਆ। ਮੇਰੇ ਬਾਪ ਦਾਦੇ ਤੋਂ ਮੈਂ ਗੱਲ ਸੁਣਦਾ ਆ ਰਿਹਾ ਕਿ ਕੋਈ ਸਿੱਖ ਚੱਲ ਕੇ ਆਵੇਗਾ ਤੇ ਗ੍ਰੰਥ ਉਹਦੇ ਹਵਾਲੇ ਕਰਨਾ। ਇਸ ਲਈ ਬੜਾ ਅਦਬ ਤੇ ਸਤਿਕਾਰ ਰਾਜੇ ਨੇ ਆਪਣੇ ਸਿਪਾਹੀਆਂ ਸਮੇਤ ਕੀਤਾ ਹੈ। ਜਬੈ ਹੁਕਮਨਾਮਾ ਇਨ ਦੀਨਾ। ਜਦੋਂ ਭਾਈ ਪੈੜੇ ਨੇ ਗੁਰੂ ਅਰਜਨ ਦੇਵ ਸਾਹਿਬ ਦਾ ਹੁਕਮਨਾਮਾ ਰਾਜੇ ਦੇ ਹਵਾਲੇ ਕੀਤਾ ਹੈ, ਪਇਓ ਹਰਖ ਸਿਰ ਪਰ ਧਰ ਲੀਨਾ। ਉਹ ਹੁਕਮਨਾਮਾ ਗੁਰੂ ਦਾ ਹੁਕਮ ਜਾਣ ਕੇ ਬੜਾ ਪ੍ਰਸੰਨ ਹੋਇਆ ਤੇ ਉਹਨੂੰ ਆਪਣੇ ਸਿਰ ਦੇ ਉੱਤੇ ਰੱਖ ਲਿਆ। ਹੁਕਮਨਾਮਾ ਕਿਹਨੂੰ ਕਹਿੰਦੇ ਆ? ਗੁਰੂ ਦਾ ਹੁਕਮ, ਗੁਰੂ ਦੇ ਬਚਨ, ਤੇ ਗੁਰੂ ਦਾ ਹੀ ਬਚਨ ਗੁਰੂ ਦਾ ਹੀ ਰੂਪ ਹੁੰਦੇ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਦਾ ਇੱਕ ਇੱਕ ਅੱਖਰ ਗੁਰੂ ਦੇ ਉਪਦੇਸ਼ ਦਾ ਸਾਡੇ ਲਈ ਗੁਰੂ ਰੂਪ ਹੈ ਤੇ ਉਹਦਾ ਅਦਬ ਸਤਿਕਾਰ ਗੁਰੂ ਜਿੰਨਾ ਹੀ ਸਿੱਖ ਕਰਦਾ ਹੈ। ਸਾਧ ਸੰਗਤ, ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਅਦਬ ਆਪਾਂ ਸਾਰੇ ਕਰਦੇ ਹਾਂ, ਪਰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਜਿਹੜੀ ਬਾਣੀ ਦੀਆਂ ਪੋਥੀਆਂ ਨੇ, ਪੋਥੀ ਪਰਮੇਸ਼ਰ ਦਾ ਥਾਨ, ਉਹਨਾਂ ਦਾ ਵੀ ਅਦਬ ਆਪਾਂ ਕਰੀਏ। ਫਿਰ ਜਿਹੜੀਆਂ ਪੰਕਤੀਆਂ ਆਪਾਂ ਅਣਜਾਣ ਪੁਣੇ ਵਿੱਚ ਲਿਖ ਦਿੰਦੇ ਹਾਂ,
ਆ ਪੁਰਾਣੇ ਸਮੇਂ ਤਾਂ ਬਹੁਤ ਚੱਲਦਾ ਸੀ, ਹੁਣ ਸੂਝਵਾਨ ਹਨ ਸਿੱਖ, ਘੱਟ ਬੇਅਦਬੀ ਹੁੰਦੀ ਹੈ। ਕਾਰਡਾਂ ਦੇ ਉੱਤੇ ਲਿਖ ਦੇਣੀ ਬਾਣੀ, ਤੇ ਫਿਰ ਉਹ ਕਾਰਡ ਬਾਅਦ ਵਿੱਚ ਕੂੜੇ ਦੇ ਢੇਰ ਦੇ ਉੱਤੇ ਪਏ ਰਹਿਣੇ, ਤੇ ਕਿੰਨਾ ਬਾਣੀ ਦਾ ਨਰਾਦਰ ਕਰਦੇ। ਕਈ ਇਸ਼ਤਿਹਾਰ ਸਮਾਗਮਾਂ ਦਾ ਛਪਾਉਂਦੇ ਨੇ, ਉਹਨਾਂ ਇਸ਼ਤਿਹਾਰਾਂ ਦੇ ਉੱਤੇ ਬਾਣੀ ਦੀਆਂ ਪੰਕਤੀਆਂ ਲਿਖਣੀਆਂ, ਤੇ ਉਹ ਇਸ਼ਤਿਹਾਰ ਬਾਅਦ ਵਿੱਚ ਬਾਜ਼ਾਰਾਂ ਵਿੱਚ ਪਏ ਹੁੰਦੇ। ਇਸ ਲਈ ਸਾਨੂੰ ਇਹ ਬੇਅਦਬੀ ਵੀ ਰੋਕਣੀ ਚਾਹੀਦੀ ਹੈ। ਸਮਾਗਮ ਦਾ ਕੇਵਲ ਸੁਨੇਹਾ ਦੇ ਦਈਏ ਕਿ ਫਲਾਣੇ ਦਿਨ ਫਲਾਣੇ ਵਾਰਾ ਸਮਾਗਮ ਹੈ, ਇੱਥੇ ਪਹੁੰਚੋ ਜੀ। ਇਸ ਲਈ ਰਹੋ ਵਿਚਾਰ। ਸਿੱਖ ਨੇ ਰਾਜੇ ਸ਼ਿਵਨਾਬ ਦੇ ਪੋਤਰੇ ਨੂੰ ਜਾ ਕੇ ਗੁਰੂ ਸਾਹਿਬ ਦਾ ਹੁਕਮਨਾਮਾ ਦਿੱਤਾ ਹੈ, ਤੇ ਮਇਆ ਮੇਦਨੀ ਰਾਜੇ ਨੇ ਉਹ ਹੁਕਮਨਾਮਾ ਗੁਰੂ ਸਾਹਿਬ ਦਾ ਉਹਦਾ ਇੰਨਾ ਅਦਬ ਕੀਤਾ ਕਿ ਆਪਣੇ ਸਿਰ ਦੇ ਉੱਤੇ ਰੱਖਿਆ ਹੈ। ਕਹਿ ਨ੍ਰਿਪ ਨਿਜ ਦਾਸਨ ਕਹਿ ਸੰਗ। ਉਸ ਵੇਲੇ ਰਾਜੇ ਮੇਦਨੀ, ਮਇਆ ਮੇਦਨੀ ਨੇ ਆਪਣੇ ਸੇਵਕਾਂ ਨੂੰ ਕਿਹਾ, ਕਰੋ ਸ਼ਕਲ ਮੰਗਲ ਸ਼ਬ ਰੰਗ। ਕਿ ਸੋਹਣੀਆਂ ਖੁਸ਼ੀਆਂ ਖੇੜੇ ਜਿਹੜੇ ਨੇ ਉਹ ਅੱਜ ਘਰ ਵਿੱਚ ਬਣਿਆ, ਖੁਸ਼ੀ ਦਾ ਮਾਹੌਲ, ਤੇ ਖੁਸ਼ੀਆਂ ਜਿਹੜੀਆਂ ਨੇ ਉਹ ਮਨਾਈਆਂ ਜਾਣ। ਨਗਰ ਬਿਖੈ ਸਭ ਕੋ ਕਹਿ ਦੀਜੈ। ਸਾਰੇ ਨਗਰ ਵਿੱਚ ਸੁਨੇਹਾ ਭੇਜ ਦੇਵੋ। ਬਹੁਤ ਭਾਂਤ ਕੇ ਉਤਸਵ ਕੀਜੈ। ਬਹੁਤ ਤਰ੍ਹਾਂ ਦੇ ਉਤਸ਼ਾਹ ਜਿਹੜੇ ਹਨ ਉਹ ਮਨਾਵੋ। ਲਗ ਦੁੰਦਬ ਆਦਿਕ ਬਜ ਬਾਜੇ। ਛੋਟੇ ਜਿਹੜੀਆਂ ਦੁੰਦਬੀਆਂ, ਛੋਟੇ ਨਗਾਰੇ ਤੇ ਵਾਜੇ ਉਹ ਵਜਾਏ ਗਏ। ਬੰਧਨਵਾਰ ਫੂਲ ਦਰਵਾਜੇ। ਦਰਵਾਜ਼ਿਆਂ ਦੇ ਉੱਤੇ ਜਿਹੜੇ ਬੰਧਨਵਾਰ ਸਨ ਫੁੱਲਾਂ ਦੇ ਉਹ ਬਣਾ ਦਿੱਤੇ ਹਨ। ਸਭ ਪੁਰ ਕੇ ਨਰ ਲਏ ਅਕੋਰ। ਸਾਰੇ ਨਗਰ ਦੇ ਲੋਕਾਂ ਨੇ ਕੀਮਤੀ ਭੇਟਾਵਾਂ ਲਈਆਂ ਨੇ। ਆਏ ਨ੍ਰਿਪ ਟਿਗ ਤਬ ਕਰ ਜੋਰ। ਸਾਰੇ ਲੋਕ ਹੱਥ ਜੋੜ ਕੇ ਰਾਜੇ ਦੇ ਸੱਦੇ ਦੇ ਉੱਤੇ ਰਾਜੇ ਦੇ ਮਹਿਲਾਂ ਵਿੱਚ ਆਏ ਨੇ। ਕਰਿਓ ਤਿਹਾਵਲ ਬ੍ਰਿੰਦ ਅਨਾਇਓ। ਵੱਡੀ ਮਿਆਦ ਵਿੱਚ ਕੜਾ ਪ੍ਰਸ਼ਾਦ ਤਿਆਰ ਕੀਤਾ ਹੈ। ਬਹੁਤ ਸੁਗੰਧ ਫੂਲਾਂ ਬਰਸਾਇਓ। ਫਿਰ ਸੁਗੰਧੀਆਂ ਵਾਲੇ ਫੁੱਲ ਜਿਹੜੇ ਨੇ ਉਹਨਾਂ ਦੀ ਵਰਖਾ ਕੀਤੀ ਹੈ। ਨਰਨ ਹਜ਼ਾਰਨ ਮਹਿ ਨ੍ਰਿਪ ਲੈ ਕੇ। ਹਜ਼ਾਰਾਂ ਮਨੁੱਖਾਂ ਨੂੰ ਨਾਲ ਰਾਜਾ ਲੈ ਕੇ ਵਠਿਓ ਹੁਕਮਨਾਮਾ ਸੁਖ ਪੈ ਕੇ। ਉਹ ਜਿਹੜਾ ਗੁਰੂ ਸਾਹਿਬ ਦਾ ਹੁਕਮਨਾਮਾ ਇੱਥੋਂ ਗਿਆ ਸੀ ਨਾ, ਸਾਰੇ ਨਗਰ ਦੇ ਪਹਿਲਾਂ ਲੋਕ ਇਕੱਠੇ ਕੀਤੇ ਹਜ਼ਾਰਾਂ ਦੀ ਗਿਣਤੀ ਵਿੱਚ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਹ ਭੇਜਿਆ ਹੁਕਮਨਾਮਾ ਸਾਰੇ ਲੋਕਾਂ ਦੇ ਵਿੱਚ ਪੜ੍ਹਿਆ ਗਿਆ। ਧੂਪ ਤੁਖਾਵਤ ਸੰਖ ਬਜਾਏ। ਧੂਪ ਤੁਖਾਈ ਹੈ, ਸੰਖ ਵਜਾਏ ਹਨ। ਬਹੁਤ ਸੁਗੰਧ ਚੰਦਨ ਚਰਚਾਏ। ਚੰਦਨ ਦਾ ਛਿੜਕਾਅ ਕੀਤਾ ਹੈ, ਬਹੁਤੀਆਂ ਸੁਗੰਧੀਆਂ ਦਾ। ਪੈੜੇ ਸਿੱਖ ਕੋ ਦੇਖਣ ਕੀਜਾ। ਭਾਈ ਪੈੜੇ ਨੂੰ ਇਸ਼ਾਰਾ ਕੀਤਾ ਹੈ, ਭਾਈ ਪੈੜੇ ਵੱਲ ਰਾਜੇ ਨੇ। ਸਾਰੇ ਆਈ ਹੋਈ ਸੰਗਤ ਨੂੰ, ਸਾਧ ਸੰਗਤ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪਏ ਸ਼ਿਵਨਾਬ ਦੇ ਇਲਾਕੇ ਵਿੱਚ, ਜਿੱਥੇ ਰਾਜੇ ਨੇ ਸਿੱਖੀ ਧਾਰਨ ਕੀਤੀ, ਉੱਥੇ ਪੂਰੀ ਪ੍ਰਜਾ ਨੇ ਚਰਨ ਪਾਉ ਲੈ ਕੇ ਸਿੱਖੀ ਨੂੰ ਧਾਰਨ ਕੀਤਾ। ਜੇ ਰਾਜੇ ਧਰਮੀ ਹੋਣ ਨਾ, ਤੇ ਫਿਰ ਪ੍ਰਜਾ ਜਿਹੜੀ ਆ ਉਹ ਆਪੇ ਧਰਮੀ ਬਣਦੀ ਜਾਂਦੀ। ਇੱਕ ਵਚਨ ਆਪਾਂ ਪੜ੍ਹਦੇ ਹਾਂ, ਜੈਸਾ ਰਾਜਾ ਵੈਸੀ ਪ੍ਰਜਾ। ਜਿੱਦਾਂ ਦਾ ਰਾਜਾ ਹੁੰਦਾ ਪ੍ਰਜਾ ਵੀ ਵੈਸਾ ਹੀ ਰੂਪ ਧਾਰਨ ਕਰ ਲੈਂਦੀ। ਜੇ ਰਾਜੇ ਧਰਮੀ ਹੋਣ ਤੇ ਪ੍ਰਜਾ ਵਿੱਚ ਧਰਮ ਆਪੇ ਹੀ ਆ ਜਾਂਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜ੍ਹਦੇ ਹਾਂ, ਉਹਨਾਂ ਦੇ ਰਾਜ ਵਿੱਚ ਧਰਮ ਕਿਤੇ ਬਾਹਰੋਂ ਦੇਖਣ ਦੀ ਲੋੜ ਨਹੀਂ ਸੀ ਪੈਂਦੀ। ਘਰ ਘਰ ਵਿੱਚ ਹੀ ਲੋਕ ਧਰਮੀ ਸਨ, ਤੇ ਮੌਤ ਦੀ ਸਜ਼ਾ ਤੇ ਉਹਨਾਂ ਵੇਲੇ ਦਿੱਤੀ ਨਹੀਂ ਗਈ ਕਿਸੇ ਨੂੰ। ਇਹਨਾਂ ਜਿਹੜਾ ਧਰਮ ਉਹਨਾਂ ਦੇ ਰਾਜ ਵਿੱਚ ਸੀ। ਤੇ ਜੇ ਰਾਜੇ ਧਰਮੀ ਹੋ ਜਾਣ, ਕਰਪਟ ਹੋ ਜਾਣ, ਜਿਨ੍ਹਾਂ ਬਾਰੇ ਬਾਣੀ ਦੇ ਵਿੱਚ ਬਚਨ ਪੜ੍ਹਦੇ ਆ, ਰਾਜੇ ਸ਼ੀ, ਫਿਰ ਮੁਕੱਦਮ ਜਿਹੜੇ ਨੇ ਉਹ ਕੁੱਤਿਆਂ ਵਾਲੀ ਬਿਰਤੀ ਧਾਰ ਲੈਂਦੇ। ਜਾਈ ਜਗਾਨ ਬੈਠੇ ਸੁੱਤੇ, ਚਾਕਰ ਨੇ ਦਾ ਪਾਇਨ ਕਾਉ, ਰਤ ਪਿਤ ਕੁੱਤੇ ਉਹ ਚੱਟ ਜਾਓ। ਚੰਗਾ ਜਿਹੜਾ ਮਾਲ ਆ ਉਹ ਸ਼ੇਰ ਖਾ ਜਾਂਦਾ, ਰਹਿੰਦਾ ਖੁੰਦਾ ਕੁੱਤੇ ਤੇ ਲੱਕੜ ਬੱਗੇ ਖਾਂਦੇ ਨੇ। ਬਾਕੀ ਜਿਹੜਾ ਰਹਿੰਦਾ ਖੁੰਦਾ ਲੋਕਾਂ ਦੇ ਸਿਆ ਜਾਂਦਾ ਉਹ ਖਾ ਜਾਂਦੇ। ਪਰ ਇਹ ਰਾਜੇ ਜਿਹੜੇ ਹਨ ਉਹ ਰਾਜਾ ਮਇਆ ਮੇਦਨੀ ਧਰਮੀ ਸੀ। ਇਹਨੇ ਸਾਰੇ ਲੋਕਾਂ ਨੂੰ ਬੁਲਾਇਆ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੁਕਮਨਾਮਾ ਖੋਲ ਕੇ ਪੜ੍ਹਿਆ ਹੈ। ਫਿਰ ਭਾਈ ਪੈੜੇ ਵੱਲੋਂ ਇਹਨੇ ਦੱਸਿਆ ਹੈ, ਪੈੜੇ ਸਿੱਖ ਕੋ ਦੇਖਣ ਕੀਜਾ। ਕਹਿਣ ਲੱਗਾ ਕਿ ਇਸ ਸਿੱਖ ਵੱਲ ਤੁਸੀਂ ਸਾਰੇ ਦੇਖੋ। ਪ੍ਰਾਣ ਸੰਗਲੀਸ ਕੋ ਦੀਜਾ। ਕਿ ਇਹ ਜਿਹੜਾ ਗ੍ਰੰਥ ਮੇਰੇ ਦਾਦੇ ਦੇ ਸਮੇਂ ਰਾਜੇ ਸ਼ਿਵਨਾਬ ਦੇ ਸਮੇਂ ਸਾਡੇ ਕੋਲ ਪਿਆ ਹੈ ਨਾ, ਉਹ ਗ੍ਰੰਥ ਹੁਣ ਇਹਨਾਂ ਦੇ ਹਵਾਲੇ ਕਰਨਾ ਹੈ। ਪਠ ਸੁਣ ਕੇ ਸਭ ਹੀ ਹਰ ਖਾਏ। ਇਹ ਪੜ੍ਹ ਸੁਣ ਕੇ ਸਾਰੇ ਬਹੁਤ ਪ੍ਰਸੰਨ ਹੋਏ ਨੇ। ਭਾਂਤ ਭਾਂਤ ਕੀ ਭੇਟ ਚੜਾਏ। ਤਰ੍ਹਾਂ ਤਰ੍ਹਾਂ ਦੀਆਂ ਕੀਮਤੀ ਭੇਟਾਵਾਂ ਭਾਈ ਪੈੜਾ ਜੀ ਦੇ ਅੱਗੇ ਰੱਖੀਆਂ ਨੇ। ਕਹਿ ਲੈ ਕਹੋ ਉਸ਼ਾਹ ਸੋ ਕਰਿਓ। ਕਵੀ ਜੀ ਕਹਿੰਦੇ, ਸੰਗਤ ਜੀ ਕਿੱਥੋਂ ਤੱਕ ਮੈਂ ਕਹਿ ਕੇ ਬਿਆਨ ਕਰਾਂ ਜਿਹੜਾ ਉਥੋਂ ਦੀ ਸੰਗਤ ਨੇ ਉਤਸ਼ਾਹ ਮਨਾਇਆ ਹੈ। ਦਰਸ਼ਨ ਜਨ ਸਤਿਗੁਰੂ ਨਿਹਰਿਓ। ਬਸ ਇਦਾਂ ਉਤਸ਼ਾਹ ਕੀਤਾ ਕਿ ਸਿੱਖ ਦੇ ਦਰਸ਼ਨਾਂ ਤੋਂ ਗੁਰੂ ਦੇ ਦਰਸ਼ਨ ਕੀਤੇ। ਸਿੱਖ ਦਾ ਜੀਵਨ ਵੀ ਇੰਨਾ ਮਹਾਨ ਹੈ ਨਾ, ਤੇ ਗੁਰੂ ਸਾਹਿਬ ਨੇ ਆਪਣੇ ਬਰਾਬਰ ਕੀਤਾ ਵੀ ਹੈ ਸਿੱਖ ਨੂੰ। ਪਰ ਉਹ ਸਿੱਖ ਕੈਸਾ ਹੋਵੇ ਜਿਹਦੇ ਬਾਰੇ ਗੁਰੂ ਰਾਮਦਾਸ ਮਹਾਰਾਜ ਨੇ ਰਹਿਤ ਮਰਿਆਦਾ ਦੱਸੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਐਸਾ ਸਿੱਖ ਹੋਵੇ। ਤੇ ਫਿਰ ਭਾਈ ਪੈੜੇ ਵਿੱਚੋਂ ਗੁਰੂ ਸਾਹਿਬ ਦੇ ਸਾਰਿਆਂ ਨੇ ਦਰਸ਼ਨ ਕੀਤੇ ਨੇ। ਸਿੱਖੀ ਰੀਤ ਦੇਖ ਕਰ ਤਹਾਂ। ਜਦੋਂ ਭਾਈ ਪੈੜਾ ਜੀ ਨੇ ਇੰਨੀ ਦੂਰ ਇਲਾਕੇ ਦੇ ਵਿੱਚ, ਕਿਉਂਕਿ ਸ਼੍ਰੀਲੰਕਾ 'ਚ ਬਹੁਤ ਦੂਰ ਹੈ, ਪਰ ਹੋ ਸਕਦਾ ਮਨ ਵਿੱਚ ਖਿਆਲ ਇਹ ਆਉਂਦਾ ਹੈ ਕਿ ਆਪਾਂ ਕਿਉਂ ਸਾਰਿਆਂ ਨੂੰ ਦੂਰ ਕੀਤਾ।
ਕੇਵਲ ਪਹਿਰਾਵੇ ਤੱਕ ਸੀਮਤ ਰਹੇ ਤੇ ਬਾਕੀਆਂ ਨੂੰ ਜਿਸ ਤਰ੍ਹਾਂ ਹੋਰ ਲੋਕਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, 4 ਬਰਨ 4 ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨ, ਖੁਦ ਹੀ ਬਖੀਲੀ ਤਕਬਰੀ ਖਿੰਚੋ ਤਾਨ ਕਰੇ ਧੰਗਾਣੇ। ਇੰਨੀ ਈਰਖਾ ਸੀ ਆਪਸ ਵਿੱਚ ਕਿ ਇੱਕ ਦੂਜੇ ਨੂੰ ਦੇਖ ਕੇ ਨਹੀਂ ਸੀ ਸਿਖਾਉਂਦੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸ਼ਾਂਤੀ ਦੇਣ ਵਾਸਤੇ ਸਤਨਾਮ ਦਾ ਬੀਜ ਬੀਜਿਆ। ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇਲਾਕੇ ਅੱਜ ਸਾਡੇ ਤੋਂ ਬਹੁਤ ਦੂਰ ਨੇ ਤੇ ਬਹੁਤ ਦੂਰ ਉਹ ਲੋਕ ਹੋ ਵੀ ਗਏ ਸਿੱਖੀ ਤੋਂ, ਇਹ ਸਾਡਾ ਵੀ ਕੁਝ ਫਰਜ਼ ਬਣਦਾ ਸੀ ਕਿ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਖੀ ਦਾ ਬੀਜ ਬੀਜਿਆ, ਉਹਨਾਂ ਲੋਕਾਂ ਨੂੰ ਜਾ ਕੇ ਜਾਣੂ ਕਰਾਉਂਦੇ। ਪਰ ਆਪਾਂ ਕਿਸ ਤਰ੍ਹਾਂ ਇਹ ਆਪਣਾ ਫਰਜ਼ ਜਿਹੜਾ ਉਹ ਭੁਲਾ ਦਿੱਤਾ। ਜਿਹੜੇ ਸਨ ਉਹਨਾਂ ਨੂੰ ਵੀ ਸਿੱਖੀ ਤੋਂ ਦੂਰ ਕਰਨ ਲੱਗ ਪਏ। ਪਰ ਇਹ ਫਰਜ਼ ਪਛਾਣਨ ਦੀ ਲੋੜ ਹੈ, ਜਾਗਣ ਦੀ ਲੋੜ ਹੈ। ਜਦੋਂ ਰਾਜੇ ਸ਼ਿਵਨਾਵ ਦੇ ਪੋਤਰੇ ਮਾਇਆ ਮੇਦਨੀ ਪ੍ਰਕਾਸ਼ ਨੇ ਦੱਸਿਆ ਭਾਈ ਪੈੜੇ ਬਾਰੇ, ਉਸ ਵੇਲੇ ਭਾਈ ਪੈੜੇ ਨੇ ਜਦੋਂ ਸੰਗਤਾਂ ਦੇਖੀਆਂ ਇੰਨੀ ਦੂਰ ਗੁਰੂ ਨਾਨਕ ਸਾਹਿਬ ਜੀ ਦੀਆਂ ਵਸੀਆਂ, ਇੰਨੀ ਚੜ੍ਹਦੀ ਕਲਾ ਵਿੱਚ ਦੇਖ ਕੇ ਬਹੁਤ ਹੈਰਾਨ ਹੋਏ ਨੇ। ਅਚਰਜ ਸਹਿਤ ਸੋ ਪੈੜਾ ਰਹਾ। ਭਾਈ ਪੈੜਾ ਜੀ ਹੈਰਾਨ ਹੀ ਰਹਿ ਗਏ। ਕਿਉਂ ਹੈਰਾਨ ਰਹਿ ਗਏ? ਕਿ ਇੱਥੇ ਤਾਂ ਸੰਗਤਾਂ ਦੇਖਦੇ ਸਨ ਅੰਮ੍ਰਿਤਸਰ ਆਉਂਦੀਆਂ, ਅੱਜ ਇੰਨੀ ਦੂਰ ਗਏ ਨੇ। ਗੁਰੂ ਨਾਨਕ ਸਾਹਿਬ ਜੀ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਦੇਖੀਆਂ, ਦੇਖ ਕੇ ਹੈਰਾਨ ਹੋਏ ਨੇ। ਧੰਨ ਗੁਰੂ ਨਾਨਕ ਨਿਰਧਾਰਿਓ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਹੋ, ਧੰਨ ਹੋ ਜਿਨ੍ਹਾਂ ਨੇ ਇੰਨਾ ਵੱਡਾ ਸਿੱਖੀ ਦਾ ਬੂਟਾ ਲਾਇਆ ਹੈ। ਅਵਨੀ ਮੰਡਲ ਸਗਲ ਸੁਧਾਰਿਓ। ਸਾਰੀ ਧਰਤੀ ਮੰਡਲ ਦਾ ਸੁਧਾਰ ਆਪ ਜੀ ਨੇ ਕੀਤਾ ਹੈ। ਕੇਤਕ ਦਿਨ ਰਹਿ ਸਭ ਸੁਖ ਪਾਏ। ਕੁਝ ਕੁ ਦਿਨ ਭਾਈ ਪੈੜਾ ਜੀ ਸੰਗਲਾ ਦੀਪ ਰਹੇ ਨੇ ਸੁਖ ਪਾ ਕੇ। ਹੁਣ ਚਲਬੇ ਹਿਤ ਬਾ ਕਿਆ ਲਾਏ। ਫਿਰ ਚੱਲਣ ਵਾਸਤੇ ਭਾਈ ਪੈੜਾ ਜੀ ਨੇ ਰਾਜੇ ਦੇ ਪੋਤਰੇ ਨੂੰ ਕਿਹਾ ਹੈ। ਬਹੁ ਮੋਲੀ ਵਾਤ ਨਿਰਪਨੈ ਦੀਨਾ। ਰਾਜੇ ਨੇ ਬੜੀ ਕੀਮਤੀ ਭੇਟਾ ਭਾਈ ਸਾਹਿਬ ਨੂੰ ਦਿੱਤੀ ਹੈ। ਪ੍ਰਾਣ ਸੰਗਲੇ ਸੌਂਪਣ ਕੀ ਨਾ। ਤੇ ਸਭ ਤੋਂ ਅਮੋਲਕ ਉਹ ਗ੍ਰੰਥ ਸੀ ਜਿਹੜਾ ਲੈਣ ਵਾਸਤੇ ਗਏ ਸੀ, ਗੁਰੂ ਸਾਹਿਬ ਨੇ ਭੇਜਿਆ ਸੀ, ਉਹ ਪ੍ਰਾਣ ਸੰਗਲੀ ਗ੍ਰੰਥ ਉਹਨਾਂ ਪਾਸੋਂ ਲਿਆ ਹੈ। ਆਪਣੇ ਬਿਨਾ ਲਿਖੀ ਅਰਦਾਸ। ਫਿਰ ਆਪਣੀ ਜਿਹੜੀ ਬੇਨਤੀ ਸੀ ਰਾਜੇ ਨੇ ਆਪਣੇ ਵੱਲੋਂ ਗੁਰੂ ਸਾਹਿਬ ਨੂੰ ਲਿਖੀ ਹੈ। ਮਮ ਮਸਤਕ ਤੁਮ ਚਰਨਨ ਪਾਸ। ਕੀ ਲਿਖਦਾ ਰਾਜਾ ਸ਼ਿਵਨਾਵ ਦਾ ਪੋਤਰਾ ਮਾਇਆ ਮੇਦਨੀ ਕਿ ਗੁਰੂ ਸਾਹਿਬ ਜੀ ਮੇਰਾ ਮੱਥਾ, ਮੇਰਾ ਸਿਰ ਤੁਹਾਡੇ ਚਰਨਾਂ ਦੇ ਵਿੱਚ ਹੈ। ਸਾਧ ਸੰਗਤ, ਚਰਨਾਂ ਦੇ ਵਿੱਚ ਸਿਰ ਰੱਖਣਾ ਇਹ ਇੱਕ ਵੱਖਰੀ ਗੱਲ ਹੈ, ਪਰ ਆਪਣਾ ਸਿਰ ਗੁਰੂ ਦੇ ਚਰਨਾਂ ਵਿੱਚ ਭੇਟ ਕਰਨਾ ਇੱਕ ਵੱਖਰੀ ਗੱਲ। ਕੇਵਲ ਭੇਟ ਕਰਨਾ, ਨਮਸਕਾਰ ਕਰਨੀ, ਸਿਰ ਰੱਖਣਾ, ਇੱਦਾਂ ਗੱਲ ਨਹੀਂ ਬਣਦੀ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਿਰ ਰੱਖਿਆ ਪਰਤ ਕੇ ਚੁੱਕਿਆ ਹੀ ਨਹੀਂ। ਇਹਦਾ ਭਾਵ ਕਿ ਗੁਰੂ ਦੇ ਮੱਤ ਦੇ ਫਿਰ ਉਤਾਰ ਨਹੀਂ ਹੋ ਗਏ। ਫਿਰ ਅੱਗੇ ਤੋਂ ਕਿ ਸਿਰ ਸਾਡਾ ਨਹੀਂ, ਇਹ ਸਿਰ ਗੁਰੂ ਦਾ ਹੈ। ਹੁਣ ਜੋ ਗੁਰ ਕਹੈ ਸੋਈ ਭਲ ਮਨ। ਜੋ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇਣਗੇ ਆਪਾਂ ਇਸ ਉਪਦੇਸ਼ ਤੇ ਧਾਰਨੀ ਹੋ ਕੇ ਜੀਵਨ ਜੀਵਾਂਗੇ। ਇਹ ਹੈ ਗੁਰੂ ਦੇ ਚਰਨਾਂ ਵਿੱਚ ਸਿਰ ਰੱਖਣਾ। ਤੇ ਰਾਜਾ ਮਾਇਆ ਮੇਦਨੀ ਇਸ ਤਰ੍ਹਾਂ ਦਾ ਹੈ ਵੀ ਹੈ। ਉਹਨੇ ਮਹਾਰਾਜ ਨੂੰ ਬੇਨਤੀ ਲਿਖ ਭੇਜੀ ਹੈ ਕਿ ਮਹਾਰਾਜ ਮੇਰਾ ਸਿਰ ਤੁਹਾਡੇ ਚਰਨਾਂ ਵਿੱਚ ਹੈ। ਮੰਜੀ ਪਰ ਬੈਠੇ ਨਿਰਭਜੋਈ। ਜਿਹੜਾ ਰਾਜਾ ਇਸ ਗੱਦੀ ਤੇ ਬੈਠਾ ਹੈ ਗੁਰੂ ਜਾਣ ਪੂਜੈ ਸਭ ਕੋਈ। ਹਾਂ, ਉਹ ਗੁਰੂ ਸਾਹਿਬ, ਜਿਹੜੇ ਗੁਰੂ ਸਾਹਿਬ ਗੁਰਤਾ ਤੇ ਬਿਰਾਜਮਾਨ ਹੁੰਦੇ ਨੇ ਉਹ ਸਾਰੇ ਗੁਰੂ ਨਾਨਕ ਸਾਹਿਬ ਦੇ ਉਪਾਸ਼ਕ ਹੁੰਦੇ ਨੇ। ਲੈ ਪੋਥੀ ਹੋਏ ਬਿਦਾ ਪਧਾਰਾ। ਤੇ ਫਿਰ ਭਾਈ ਪੈੜਾ ਜੀ ਨੇ ਪੋਥੀ ਲਈ ਹੈ ਤੇ ਰਾਜੇ ਮਾਇਆ ਮੇਦਨੀ ਤੋਂ ਵਿਦਾਇਗੀ ਲਈ। ਉਥੋਂ ਭਾਈ ਸਾਹਿਬ ਜੀ ਸੰਗਲਾ ਦੀਪ ਤੋਂ ਤੁਰ ਪਏ ਹਨ। ਸਤਿਗੁਰ ਮਹਿਮਾ ਮਹਾ ਵਿਚਾਰਾ। ਸਤਿਗੁਰੂ ਜੀ ਦੀ ਮਹਿਮਾ ਨੂੰ ਆਪਣੇ ਮਨ ਵਿੱਚ ਵਿਚਾਰਿਆ ਹੈ। ਸਭ ਪ੍ਰਤਾਪ ਪ੍ਰਭ ਪੂਰਨ ਸਭ ਭੂ ਪਰ। ਇਹ ਮਨ ਵਿੱਚ ਵਿਚਾਰਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਇੰਨਾ ਪ੍ਰਤਾਪ, ਸਾਰੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਾਰਿਆਂ ਦੀਆਂ ਦਿਸ਼ਾਵਾਂ ਵੱਖ ਸਨ, ਪਹਿਰਾਵੇ ਵੱਖ ਸਨ, ਧਰਮ ਸਥਾਨ ਵੱਖ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਸਤਨਾਮ ਦਾ ਬੀਜ ਬੀਜਿਆ। ਸਤਨਾਮ ਪੜ ਮੰਤਰ ਸੁਣਾਇਆ, ਉਹ ਮੰਤਰ ਨੇ ਇੰਨੀ ਅੰਦਰ ਸ਼ਾਂਤੀ ਦਿੱਤੀ। ਫਿਰ ਘਰ ਘਰ ਬਾਬਾ ਗਾਵੀਐ ਵਜਨ ਤਾਲ ਮਰਦੰਗਰ ਬਾਬਾ। ਘਰ ਘਰ ਵਿੱਚ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਇਆ ਗਿਆ, ਜਿਹੜਾ ਦੇਖ ਕੇ ਭਾਈ ਪੈੜਾ ਜੀ ਬਹੁਤ ਹੈਰਾਨ ਵੀ ਹੋਏ ਤੇ ਗੁਰੂ ਸਾਹਿਬ ਦੀ ਮਹਿਮਾ ਨੂੰ ਫਿਰ ਜਾਣਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਮੰਡਲ ਦਾ ਉਧਾਰ ਕਰਨ ਵਾਸਤੇ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਜਦੋਂ ਮਹਾਰਾਜ ਨੇ ਤਰਾਹ ਤਰਾਹ ਕਰਦਿਆਂ ਲੋਕਾਂ ਨੂੰ ਦੇਖਿਆ, ਫਿਰ ਇੰਨੀ ਦਇਆ ਮਨ ਵਿੱਚ ਆਈ ਕਿ ਇਹਨਾਂ ਨੂੰ ਸਤਿਗੁਰਾਂ ਨੇ ਸ਼ਾਂਤੀ ਦੇਣ ਵਾਸਤੇ, ਅੰਦਰ ਸ਼ੀਤਲਤਾ ਠੰਡ ਦੇਣ ਵਾਸਤੇ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀ। ਈਰਖਾ ਦੀ ਅੱਗ ਬੁਝਾਉਣ ਲਈ, ਤ੍ਰਿਸ਼ਨਾ ਦੀ ਵਿਕਾਰਾਂ ਦੀ ਅੱਗ ਬੁਝਾਉਣ ਲਈ ਸਤਿਗੁਰਾਂ ਨੇ ਸਾਰੀ ਧਰਤੀ ਮੰਡਲ ਦੀ ਮਹਾਰਾਜ ਨੇ ਸੈਰ ਕੀਤੀ, ਉਦਾਸੀਆਂ ਕੀਤੀਆਂ ਤੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਿ ਮਨੁੱਖਾ ਜਨਮ ਬੜਾ ਕੀਮਤੀ। ਈਰਖਾ ਵਿੱਚ ਪੈ ਕੇ, ਦਵੈਸ਼ ਵਿੱਚ ਰਹਿ ਕੇ ਇਹਨੂੰ ਖਰਾਬ ਨਾ ਕਰੋ,
ਨਾਮ ਜਪ ਕੇ ਬੰਦਗੀ ਕਰਕੇ ਭਗਤੀ ਸੇਵਾ ਸਿਮਰਨ ਕਰਕੇ ਨੂੰ ਸਵਾਰੋ ਤੇ ਮਨੁੱਖਤਾ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਦੇਖੋ। ਸਾਰਿਆਂ ਦਾ ਅਦਬ ਸਤਿਕਾਰ ਰੱਖੋ। ਐਵੇਂ ਪਹਿਰਾਵਿਆਂ ਵਿੱਚ ਧਰਮਾਂ ਵਿੱਚ ਮਨੁੱਖਾਂ ਨੂੰ ਵੰਡੋ ਨਾ। ਧਰਮ ਇਹੋ ਹੀ ਹੈ, ਸਗਲ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕਰਮ ਕਰੀਏ, ਨਾਮ ਜਪੀਏ, ਬੰਦਗੀ ਕਰੀਏ, ਇਹੋ ਹੀ ਧਰਮ ਹੈ। ਇਹ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ। ਜਿਸ ਤਰ੍ਹਾਂ ਭਾਈ ਪੈੜਾ ਜੀ ਪ੍ਰਾਣ ਸੰਗਲੀ ਗ੍ਰੰਥ ਲੈ ਕੇ ਸੰਗਲਾਦੀਪ ਤੋਂ ਤੁਰੇ ਨੇ ਤੇ ਸਾਰਾ ਪੈਂਡਾ ਤੈਅ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ। ਫਿਰ ਇੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਹਵਾਲੇ ਗ੍ਰੰਥ ਕਰਨਗੇ। ਉਸ ਤੋਂ ਬਾਅਦ ਫਿਰ ਸਤਿਗੁਰਾਂ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲਾਂ ਜਾਣਾ, ਫਿਰ ਬਾਬਾ ਬੁੱਢਾ ਸਾਹਿਬ ਪੋਥੀਆਂ ਲੈਣ ਜਾਣਗੇ। ਪਰ ਉਹਨਾਂ ਨੂੰ ਪੋਥੀਆਂ ਨਾ ਮਿਲਣ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਆਪ ਗੋਇੰਦਵਾਲ ਸਾਹਿਬ ਜਾ ਕੇ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਉਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸਾਰੇ ਭਗਤ ਸਾਹਿਬਾਨਾਂ ਦੀ, ਭੱਟ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਮਹਾਰਾਜ ਜੀ ਇਹ ਬੀੜ ਤਿਆਰ ਕਰਨਗੇ। ਇਹ ਵਿਚਾਰਾਂ ਆਪਾਂ ਹੁਣ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਜੋ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਇਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾ ਸਕੀਏ ਜੀ। ਆਓ ਦੋ ਪੰਕਤੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਮੰਜੀ ਪਰ ਬੈਠੇ ਨਿਰਪ ਜੋਈ, ਗੁਰੂ ਜਾਨ ਪੂਜੈ ਸਭ ਕੋਈ। ਲੈ ਪੋਥੀ ਹੋਏ ਬਿਦਾ ਪਧਾਰਾ, ਸਤਿਗੁਰ ਮਹਿਮਾ ਮਹਾ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।